ਵਹਿਮ ਭਰਮ। ਮੇਰਾ ਪਿੰਡ ਗਿਆਨੀ ਗੁਰਦੀਪ ਸਿੰਘ। ਦਿਨੇ ਗਿੱਦੜ ਬੋਲਣ, ਰਾਤੀ ਬੋਲਣ ਕਾਂ, ਮਰੇ ਬਸਤੀ ਦਾ ਬਾਦਸ਼ਾਹ ਜਾਂ ਉਜੜੇ ਗਰਾਂ। ਵਹਿਮਾਂ ਤੇ ਵਿਸ਼ਵਾਸਾਂ ਦੀ ਮਾਨਤਾ ਮਨੁੱਖ ਅੰਦਰ ਪੁਰਾਣੇ ਸਮਿਆਂ ਤੋਂ ਚੱਲਦੀ ਆ ਰਹੀ ਹੈ। ਕਾਰਨ ਇਸ ਦਾ ਅਗਿਆਨਤਾ ਹੈ, ਪਰ ਵਿਸ਼ਵਾਸਾਂ ਦੀ ਉਪਜ ਵੀ ਇੱਕ ਸਮੇਂ ਦਾ ਗਿਆਨ ਬਲਕਿ ਵਿਗਿਆਨ ਹੈ। ਨਾਲ ਹੀ ਪਰਾ ਸਰੀਰਕ ਸ਼ਕਤੀਆਂ ਤੇ ਰੂਹਾਂ ਦੀ ਦੁਨੀਆ ਬਾਰੇ ਅਟਕਲਾਂ, ਉਹਨਾਂ ਦੇ ਕਰਮ ਦੱਸਣ ਦੇ ਲੱਖਣ ਲਾਉਣ ਦੀ ਵੀ ਆਪਣੀ ਹੀ ਕਿਸਮ ਦੀ ਸੂਝ ਪ੍ਰਣਾਲੀ ਹੈ। ਆਮ ਲੋਕੀ ਉਹਨਾਂ ਦੇ ਮਨਾਂ ਵਿੱਚ ਕੁਝ ਸੂਝਵਾਨ ਵਹਿਮਾਂ ਭਰਮਾਂ ਅਤੇ ਵਿਸ਼ਵਾਸਾਂ ਵਿੱਚ ਭਾਰੀ ਯਕੀਨ ਰੱਖਦੇ ਹਨ। ਵਹਿਮਾਂ ਭਰਮਾਂ ਦੇ ਕਈ ਪੱਖ ਹਨ। ਸ਼ਗਨ, ਅਪਸ਼ਗਨ, ਲੋਕ ਵਿਸ਼ਵਾਸ ਵਧੇਰੇ ਪ੍ਰਬਲ ਹਨ। ਪਸ਼ੂਆਂ ਪੰਛੀਆਂ ਦੀਆਂ ਹਰਕਤਾਂ ਵਹਿਮਾਂ ਭਰਮਾਂ ਨਾਲ ਜੋੜੀਆਂ ਜਾਂਦੀਆਂ ਹਨ। ਦਿਨੇ ਗਿੱਦੜ ਬੋਲਣ, ਰਾਤੀ ਬੋਲਣ ਕਾਂ, ਮਰੇ ਬਸਤੀ ਦਾ ਬਾਦਸ਼ਾਹ ਜਾਂ ਉਜੜੇ ਘਰਾਂ। ਹਰ ਕੰਮ ਤੋਂ ਪਹਿਲਾਂ ਸ਼ਗਨਾਂ ਅਪਸ਼ਗਨਾਂ ਬਾਰੇ ਵਿਚਾਰ ਕੀਤੀ ਜਾਂਦੀ ਹੈ ਕਿ ਇਹ ਕੰਮ ਕਿਹੜੇ ਭਲੇ ਵੇਲੇ ਚੰਗੇ ਸ਼ਗਨ ਵਿੱਚ ਕੀਤਿਆਂ ਸਿੱਧ ਹੋ ਸਕਦਾ ਹੈ। ਜੇ ਕੰਮ ਹੋ ਜਾਵੇ, ਸਭੋ ਗੱਲਾਂ ਚੇਤ ਮਨ ਵਿੱਚ ਜਾ ਪੈਂਦੀਆਂ ਹਨ। ਕੰਮ ਨਾ ਹੋਣ ਤੇ ਕੋਈ ਔਹਰ ਪੈ ਜਾਵੇ, ਉਸਦੇ ਕਾਰਨਾਂ ਦੀ ਪੜਤਾਲ ਸ਼ੁਰੂ ਹੋ ਜਾਂਦੀ ਹੈ। ਵਕਤ ਖੰਝ ਜਾਣ ਵਾਲੀਆਂ ਗੱਲਾਂ ਤੇ ਗਲਤੀਆਂ ਨੂੰ ਧਿਆਨ ਵਿੱਚ ਲਿਆਉਣ ਦੀ ਥਾਵੇਂ ਇਹ ਖੋਜ ਵਿਚਾਰ ਕੀਤੀ ਜਾਂਦੀ ਹੈ ਕਿ ਇਸ ਕੰਮ ਦੇ ਆਰੰਭ ਸਮੇਂ ਕੋਈ ਕੁਸ਼ਗਨ ਤਾਂ ਨਹੀਂ ਹੋਇਆ। ਇਸ ਖੋਜ ਲਈ ਅੱਵਲ ਤਾਂ ਹਰ ਕੋਈ ਘਰ ਵਿੱਚ ਹੀ ਕੋਈ ਛੋਟਾ ਮੋਟਾ ਬਜ਼ੁਰਗ ਰਿਸਰਚ ਸਕਾਲਰ ਪ੍ਰਾਪਤ ਹੁੰਦਾ ਹੈ। ਜੇਕਰ ਉਹ ਕੰਮ ਨਾ ਬਣੇ ਤਾਂ ਗਲੀ ਮੁਹੱਲੇ ਦੇ ਵਿਚਾਰਨ ਖੋਜੀਆਂ ਵਿੱਚੋਂ ਬਿਨਾਂ ਹਿੰਗ ਫਟਕੜੀ ਲੱਗਿਆਂ ਹੀ ਕਿਸੇ ਸਿਆਣੇ ਜਾਂ ਸਿਆਣੀ ਚਿੰਤਕ ਦੀ ਅਗਵਾਈ ਪ੍ਰਾਪਤ ਹੋ ਜਾਂਦੀ ਹੈ। ਘਰ ਵਾਲੀ ਸੁਆਣੀ ਵੀ ਇਸ ਭਾਂਤ ਦੇ ਗਿਆਨ ਤੋਂ ਕੋਰੀ ਨਹੀਂ ਹੁੰਦੀ। ਜਦੋਂ ਆਪਾਂ ਸਲਾਹ ਕਰਦੀ ਸੀ, ਜਾਏ ਖਾਣੇ ਕੁੱਤੇ ਨੇ ਉਹਦੇ ਕੰਨ ਮਾਰੇ। ਮੇਰਾ ਤਾਂ ਉਸੇ ਵੇਲੇ ਮੱਥਾ ਠਣਕ ਗਿਆ ਸੀ ਕਿ ਹੁਣ ਕੰਮ ਨਹੀਂ ਹੋਣਾ। ਇਹ ਕੁਤੀੜ ਵੀ ਸਾਰਾ ਦਿਨ ਖਹਿੜਾ ਨਹੀਂ ਛੱਡਦੀ। ਇੱਕ ਦਿਨ ਟੁੱਕਦੀ ਬੁਰਕੀ ਕਾਹਦੀ ਸੁੱਟੀ ਕਿ ਜ਼ਹਿਮਤੀ ਸੇੜ ਲਈ। ਘਰ ਵਾਲੀ ਭਾਗਵਾਨ ਆਪਣੀ ਸਿਆਣਪ ਨਾਲ ਸਿਰ ਦੇ ਸਾਈਂ ਦੀ ਸਫਲਤਾ ਦੀ ਚਿੰਤਾ ਦੇ ਬੋਝ ਹੌਲਾ ਕਰਨ ਦਾ ਯਤਨ ਕਰਦੀ ਹੈ। ਇੱਕ ਗੱਲ ਥੋੜ੍ਹੇ ਹੈ, ਮੈਂ ਅਜੇ ਦੇਲੀਏ ਹੀ ਟੱਪਿਆ ਸੀ ਕਿ ਰੰਗੜਾਂ ਦੀ ਕੁੜੀ ਨੇ ਠਾਹ ਚਿੱਕ ਮਾਰੀ। ਮੈਂ ਉਸੇ ਖੜੇ ਪੈਰ ਹੀ ਵਾਪਸ ਆ ਗਿਆ। ਜਦੋਂ ਖਾਸਾ ਚਿਰ ਪੈਰ ਮਲ ਕੇ ਫਿਰ ਘਰੋਂ ਨਿਕਲਿਆ ਤਾਂ ਅਗਾਂਹ ਗਿਆ ਤਾਂ ਸੰਦੇ ਕੀ ਕੁੜੀ ਅੱਗੋਂ ਖਾਲੀ ਟੋਕਰਾ ਲੈ ਕੇ ਟੱਕਰ ਪਈ। ਮੇਰੇ ਮਨ ਵਿੱਚ ਤਾਂ ਗੱਲ ਉਦੋਂ ਹੀ ਖੜਕ ਪਈ ਸੀ ਕਿ ਮੁਕੱਦਮਾ ਹੱਕ ਵਿੱਚ ਨਹੀਂ ਹੋਣਾ। ਘਰ ਵਾਲਾ ਖਵੰਦ ਆਪਣੀ ਰੂਹ ਹੌਲੀ ਤੇ ਨਿਰਾਸ਼ਤਾ ਸਾਂਝੀ ਕਰਨ ਲਈ ਅੱਗੋਂ ਇਉਂ ਜਵਾਬ ਦੇ ਕੇ ਮਨ ਹਲਕਾ ਕਰ ਲੈਂਦਾ ਹੈ। ਭੱਜੂ ਦੇ ਬਾਪੂ, ਜਦੋਂ ਲੇਖ ਪੁੱਠੇ ਹੋਣ ਉਦੋਂ ਸਾਰੀਆਂ ਗੱਲਾਂ ਉਹੀ ਉਲਟੀਆਂ ਟੱਕਰਦੀਆਂ ਨੇ। ਤੇਥੋਂ ਕਾਹਲੀ ਵਿੱਚ ਕਾਗਜ਼ ਘਰੇ ਮੰਜੇ 'ਤੇ ਹੀ ਪਏ ਰਹਿ ਗਏ। ਜਦੋਂ ਮੈਂ ਦੇਖੇ ਉਸੇ ਵੇਲੇ ਭੱਜੂ ਨੂੰ ਸੱਦ ਕੇ ਕਿਹਾ, ਜਾ ਮਗਰੇ ਮਗਰ ਨੱਸ, ਪਰ ਮਗਰੋਂ ਹੱਗ ਨਾ ਮਾਰੀ। ਕਾਗਜ਼ ਆਪਣੇ ਬਾਪੂ ਦੇ ਮੂਹਰੇ ਲੰਘ ਕੇ ਹੱਥ ਵਿੱਚ ਫੜਾ ਕੇ ਆਈ। ਇਹਨਾਂ ਕੱਲ੍ਹ ਦੇ ਜਵਾਕਾਂ ਨੂੰ ਚੰਗੇ ਮੰਦੇ ਸ਼ਗਨਾਂ ਦਾ ਕੀ ਪਤਾ ਹੈ। ਕਹਿੰਦਾ, ਜਦੋਂ ਮੈਂ ਬਾਪੂ ਕੋਲ ਗਿਆ ਮੈਥੋਂ ਮਗਰੋਂ ਹੀ ਹਾਕ ਮਾਰੀ ਗਈ। ਇਹਨਾਂ ਨਿਆਣਿਆਂ ਤੋਂ ਕੀ ਪੱਤਰਕਾਰਾ ਹੋਣਾ ਸੀ। ਬਿਸ਼ਨੀਏ ਕੀ ਦੱਸਾਂ, ਉਦੋਂ ਢੋ ਮੇਲੀ ਕਲਹਿਣੇ ਜੁੜੇ। ਮੈਂ ਆਪਣੇ ਪਿੰਡ ਦੀ ਜੋ ਟੱਪਿਆ ਹੀ ਸੀ ਕਿ ਇੱਕ ਕਾਲਾ ਹਿਰਨ ਮੋਰਿਓ ਦੀ ਸੱਜੇ ਲੰਘ ਗਿਆ। ਸਿਆਣੇ ਆਖਦੇ ਨੇ, ਜੇ ਹਿਰਨ ਖੱਬੇ ਨੂੰ ਲੰਘੇ ਤਾਂ ਬੁੱਕਲ ਖੋਲ ਜਾਂਦਾ ਹੈ, ਜੇ ਸੱਜੇ ਨੂੰ ਜਾਣੇ ਬੁੱਕਲ ਮਾਰ ਜਾਂਦੀ ਹੈ। ਜਾਣੀ ਕੰਮ ਉੱਥੇ ਹੀ ਭਲੇਟ ਦਿੱਤਾ ਜਾਂਦਾ ਹੈ। ਜਦੋਂ ਸਾਰੇ ਪਾਸਿਓਂ ਹੀ ਬੰਦੇ ਨੂੰ ਵਿਪਤਾ ਘੇਰ ਲਵੇ ਫਿਰ ਕੋਈ ਕਰ ਵੀ ਕੀ ਸਕਦਾ ਹੈ। ਹੁਣ ਹੀ ਵਰਤਣੀ ਸੀ ਵਰਤ ਗਈ। ਮੈਂ ਤਾਂ ਕਹਿੰਦੀ ਹਾਂ, ਅਸੀਂ ਤਾਂ ਘਰ ਦੇ ਕਲੇਸ਼ ਦੇ ਮਾਰੇ ਫਿਰਦੇ ਹਾਂ। ਇਹ ਵੱਡਾ ਮੁੰਡਾ ਜਿਹੜਾ ਨਿੱਤ ਕਿਸੇ ਨਾ ਕਿਸੇ ਗੱਲੋਂ ਪਿੱਟ ਪਟੂਗਾ ਪਾ ਕੇ ਬਹਿ ਜਾਂਦਾ ਏ, ਇਹਦੇ ਨਿੱਤ ਦੇ ਕਚੀਰੇ ਨੇ ਇਸ ਘਰ ਦੀ ਆਵਾ ਉੱਤੇ ਕਦੀ ਬਾਰ ਨਹੀਂ ਆਉਣ ਦਿੱਤਾ। ਪਤਾ ਨਹੀਂ ਕਿਹੜਾ ਜਾਏ ਖਾਣਾ ਸਾਡੇ ਘਰ ਸੇ ਦਾ ਤੱਕੜਾ ਗੱਡ ਗਿਆ। ਚੱਤੋ ਪੈਰ ਕਲੇਸ਼, ਇਸ ਘਰ ਦਾ ਤਾਂ ਆਪੇ ਹੀ ਅੰਤ ਆਉਣਾ ਹੋਇਆ। ਪਤਾ ਨਹੀਂ ਕਿਹੜੇ ਭੈੜੇ ਵੇਲੇ ਕਾਲੇ ਮੱਥੇ ਵਾਲੀ ਕਲੈਣੀ ਨੂੰਹ ਰਾਣੀ ਦੇ ਘਰੇ ਪੈਰ ਪੈ ਗਏ। ਸਾਡੇ ਭੋਲੂ ਨੂੰ ਰੋਜ਼ ਚੁੱਕ ਚੁਕਾ ਕੇ ਲੜਾਈ ਪਾਈ ਰੱਖਦੀ ਹੈ। ਨਿੱਤ ਦੇ ਕਲੇਸ਼ ਨੇ ਤਾਂ ਰਾਜਿਆਂ ਦੇ ਰਾਜ ਨਹੀਂ ਛੱਡੇ। ਆਪਾਂ ਤਾਂ ਕਿਹਦੇ ਵਿਚਾਰੇ ਹੋਏ। ਇਸ ਤਰ੍ਹਾਂ ਡੂੰਘੀਆਂ ਵਿਚਾਰਾਂ ਕਰਦਿਆਂ ਕਾਰਜ ਨਾ ਹੋਣ ਦੇ ਕਾਰਨ ਲੱਭ ਲੱਭ ਕੇ ਆਪਣੇ ਮਨ ਉੱਤੇ ਨਿਰਾਸ਼ਤਾ ਦੇ ਅਸਰ ਧੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇ ਕੋਈ ਕੰਮ ਸ਼ੁੱਧ ਹੋ ਜਾਵੇ ਫਿਰ ਉਸ ਪੱਖ ਦੇ ਪ੍ਰਮਾਣ ਇਕੱਠੇ ਕਰ ਲਏ ਜਾਂਦੇ ਹਨ। ਕੰਮ ਸ਼ੁਰੂ ਜੋ ਬੁੱਧਵਾਰ ਕੀਤਾ ਸੀ ਕਿਉਂ ਨਾ ਠੀਕ ਹੁੰਦਾ। ਬੁੱਧ ਕੰਮ ਸ਼ੁੱਧ, ਸਿਆਣੇ ਨੇ ਐਵੇਂ ਥੋੜ੍ਹੀ ਕਿਹਾ। ਜਿੱਦਣ ਆਪਾਂ ਸਲਾਹ ਕਰਦੇ ਸੀ ਤਾਏ ਨੇ ਕਿਹਾ, ਰਾਤ ਨੂੰ ਸਲਾਹ ਨਹੀਂ ਕਰੀਦੀ, ਮਾੜੀ ਹੁੰਦੀ ਹੈ। ਮੈਂ ਗੱਲ ਉੱਥੇ ਹੀ ਛੱਡ ਦਿੱਤੀ। ਸਵੇਰੇ ਉੱਠ ਕੇ ਤਾਏ ਕੋਲ ਬਾਹਰਲੇ ਘਰ ਗਿਆ, ਉੱਥੋਂ ਹੀ ਬਾਹਰੋਂ ਬਾਪੂ ਆ ਗਿਆ। ਗੱਲ ਇਹੋ ਜਿਹੀ ਹੋਈ ਬਈ ਪੌ 12 ਹੀ ਪੈ ਗਏ। ਕਿਸੇ ਚੰਗੀ ਸ਼ੈਤ ਦੀ ਗੱਲ ਸੀ। ਪਤਾ ਨਹੀਂ ਕਿੱਧਰੋਂ ਅਚਨਚੇਤੀ ਢੋ ਮੇਲ ਜੁੜਿਆ। ਪੂਰੇ ਦੀ ਠੰਡੀ ਹਵਾ ਵਗਦੀ ਸੀ। ਇੱਕ ਸੱਪ ਤੇ ਨਿਉਲਾ ਲੜਨ ਤਾਂ ਮੈਂ ਸਮਝਿਆ ਕਿ ਇਹ ਸ਼ਗਨ ਸਭ ਤੋਂ ਚੰਗਾ ਹੁੰਦਾ ਹੈ। ਜਦੋਂ ਮੈਂ ਘਰ ਆਉਣ ਲੱਗਿਆ ਤਾਂ ਪਹਿਲਾਂ ਹਰਨਾਮ ਮਿਲਿਆ। ਅੱਗੇ ਖਾਰੇ ਖੂਹ ਕੋਲ ਆਇਆ ਤਾਂ ਜੀਵੇ ਦੀ ਕੁੜੀ
ਪਾਣੀ ਦਾ ਭਰਿਆ ਘੜਾ ਲਈ ਆਉਂਦੀ ਮਿਲੀ। ਬੀਹੀ ਦਾ ਮੋੜ ਮੁੜਿਆ ਤਾਂ ਘਮਾਰਾਂ ਦਾ ਗਧਾ ਖੱਬੇ ਪਾਸੇ ਖੜਾ ਉੱਚੀ ਉੱਚੀ ਹੀਂਗੇ। ਮੇਰਾ ਦਿਲ ਵੱਧ ਕੇ ਸੇਰ ਪੱਕੇ ਦਾ ਹੋ ਗਿਆ। ਪਿੰਡ ਦੀ ਜੂਹ ਲੰਘਦਿਆਂ ਹੀ ਕੀ ਦੇਖਾਂ, ਸੱਜੇ ਹੱਥ ਤਿੱਤਰ ਕਿਉਂ ਨਹੀਂ ਪਟਾਕ ਰਿਹਾ। ਮੈਂ ਤਾਂ ਦਿਲ ਵਿੱਚ ਉਦੋਂ ਹੀ ਠਾਣ ਲਈ ਕਿ ਜਦੋਂ ਸਾਰੇ ਸ਼ਗਨ ਪੂਰੇ ਹੋ ਰਹੇ ਨੇ ਤਾਂ ਕੰਮ ਕਿਵੇਂ ਨਹੀਂ ਹੋਊ। ਇਸ ਤਰ੍ਹਾਂ ਚੰਗੇ ਮੰਦੇ ਕੰਮਾਂ ਦੇ ਹੋਣ ਦੇ ਸ਼ਗਨ ਨਾਲ ਨੱਥੀ ਕਰਕੇ ਸਿੱਟੇ ਕੱਢੇ ਜਾਂਦੇ ਹਨ। ਪਿੰਡ ਦਾ ਚੌਧਰੀ ਜਾਂ ਨੰਬਰਦਾਰ ਮੁਖੀ ਹੁੰਦਾ ਹੈ। ਜੇ ਕਿਸੇ ਸ਼ੁਭ ਕੰਮ ਕਰਨ ਜਾਂਦੇ ਨੂੰ ਪਹਿਲਾਂ ਉਹ ਮੱਥੇ ਲੱਗ ਜਾਵੇ ਤਾਂ ਮਾੜਾ ਮੰਨਿਆ ਜਾਂਦਾ ਹੈ। ਇਸ ਤਰ੍ਹਾਂ ਅਲੱਗ-ਅਲੱਗ ਜਾਤਾਂ ਦੇ ਅਲੱਗ-ਅਲੱਗ ਸ਼ਗਨ ਅਪਸ਼ਗਨ ਮੰਨੇ ਜਾਂਦੇ ਹਨ। ਰਸਤੇ ਵਿੱਚ ਖਾਲੀ ਟੋਕਰਾ ਜਾਂ ਸੱਖਣਾ ਭਾਂਡਾ ਲਈ ਆਉਂਦਾ ਕੋਈ ਮਿਲ ਜਾਵੇ, ਕਿਸੇ ਗਰਾਂ ਵਾਂਢੇ ਜਾਣ ਵਾਲਾ ਝੱਟ ਵਾਪਸ ਪਰਤ ਆਉਂਦਾ ਹੈ ਕਿ ਇਹ ਕੁਛ ਸ਼ਗਨ ਹੋਣ ਕਰਕੇ ਕੰਮ ਰਾਸ ਨਹੀਂ ਆਉਣਾ। ਭੂਤਾਂ ਪ੍ਰੇਤਾਂ ਬਾਰੇ ਵਿਸ਼ਵਾਸ। ਭੂਤਾਂ ਪ੍ਰੇਤਾਂ ਬਾਰੇ ਵਹਿਮ ਭਰਮ ਬੜੀ ਕੋਮਲ ਸੂਝ ਨਾਲ ਸਮਝੇ ਤੇ ਸਮਝਾਏ ਜਾਂਦੇ ਹਨ। ਪਹਿਲੀ ਗੱਲ ਤਾਂ ਇਹ ਵਿਚਾਰੀ ਜਾਂਦੀ ਹੈ ਕਿ ਬੰਦਾ ਮਰ ਕੇ ਭੂਤ ਕਿਵੇਂ ਬਣ ਜਾਂਦਾ ਹੈ। ਜਿਸ ਬੰਦੇ ਦੇ ਮਰਨ ਵੇਲੇ ਅੱਖੇ ਕਿਸੇ ਚੀਜ਼ 'ਚ ਸੁਰਤੀ ਚਲੀ ਜਾਵੇ, ਉਹ ਆਪਣੀ ਭੁੱਖ ਪੂਰੀ ਕਰਨ ਲਈ ਭੂਤ ਪ੍ਰੇਤ ਬਣਦਾ ਹੈ। ਜਿਹੜੇ ਥੇਹਾਂ ਉੱਤੇ ਸੱਪ ਪਏ ਫਿਰਦੇ ਹਨ, ਕਹਿੰਦੇ ਨੇ ਪਹਿਲੇ ਜਨਮ ਵਿੱਚ ਸ਼ਾਹੂਕਾਰ ਜਾਂ ਰਾਜੇ ਹੁੰਦੇ ਸੀ। ਇਹਨਾਂ ਬੰਦਿਆਂ ਦੀ ਸੁਰਤ ਮਾਇਆ ਵਿੱਚ ਫਸੀ ਰਹੀ ਤੇ ਮਾਇਆ ਦੇ ਖਜ਼ਾਨੇ ਧਰਤੀ ਵਿੱਚ ਦੱਬੇ ਰਹੇ। ਇਹ ਮਾਇਆਧਾਰੀ ਲੋਕ ਹੁਣ ਸੱਪ ਦੀ ਜੂਨ ਭੋਗਦੇ ਦੱਬੇ ਹੋਏ ਖਜ਼ਾਨਿਆਂ ਉਦਾਲੇ ਮੇਲਦੇ ਫਿਰਦੇ ਹਨ। ਉਹ ਮੌਤ ਮਰੇ ਬੰਦੇ ਦੀ ਜਿੰਨਾ ਚਿਰ ਪੋਹੇ ਦੇ ਤੀਰਥ 'ਤੇ ਜਾ ਕੇ ਗਤੀ ਨਾ ਕਰਾਈ ਜਾਵੇ, ਕਹਿੰਦੇ ਨੇ ਉਹ ਪ੍ਰੇਤ ਦੀ ਜੂਨ ਵਿੱਚ ਹੀ ਫਿਰੀ ਜਾਂਦਾ ਹੈ। ਜਿਹੜੀ ਜ਼ਨਾਨੀ ਸ਼ਿਲੇ ਵਿੱਚ ਕੁਚੀਲ ਮਰ ਜਾਏ, ਉਹ ਚੁੜੇਲ ਬਣਦੀ ਹੈ। ਸ਼ਿਲੇ ਚਲੀਹੇ ਦੇ ਦਿਨਾਂ ਵਿੱਚ ਜਿਸ ਜਨਾਨੀ ਦਾ ਪਰਛਾਵਾਂ ਦੂਜੀਆਂ ਗਰਭਵਤੀਆਂ ਤੇ ਛੋਟੀ ਉਮਰ ਦੀਆਂ ਬੱਚੀਆਂ ਉੱਤੇ ਪੈਣ ਤੋਂ ਬੜਾ ਬਚਾਓ ਕੀਤਾ ਜਾਂਦਾ ਹੈ। ਘੱਟੋ ਘੱਟ ਵਰ੍ਹਾ ਭਰ ਤਾਂ ਆਂਢੀ ਗੁਆਂਢੀ ਪੂਰਾ ਪੱਥ ਪਰਹੇਜ਼ ਕਰਦੇ ਹਨ। ਸ਼ਿਲੇ ਵਿੱਚ ਮਰੀ ਜ਼ਨਾਨੀ ਤੇ ਚਲੀਹੇ ਦੇ ਦਿਨਾਂ ਵਿੱਚ ਮਰੇ ਬੱਚੇ ਦੇ ਪਿੱਛੇ ਭੈੜੇ ਅਸਰ ਪੈਂਦੇ ਹਨ। ਇਸ ਲਈ ਬੱਚੇ ਦੇ ਜਨਮ ਵੇਲੇ ਮੰਜੇ ਹੇਠਾਂ ਦੰਦਾਲ ਦਾਤੀ, ਲੋਹੇ ਦਾ ਜਿੰਦਾ, ਮੰਤਰ ਪੜ੍ਹਾ ਕੇ ਪਾਣੀ ਦਾ ਕੁੱਜਾ ਰੱਖਿਆ ਜਾਂਦਾ ਹੈ। ਨਾਲ ਹੀ ਥੋੜ੍ਹੇ ਠੀਕਰੀ ਵਿੱਚ ਧੁੱਕਦੇ ਗੋਹਿਆਂ ਵਾਲੀ ਗੂਗਲ ਦੀ ਧੂਣੀ ਲਈ ਅੱਗ ਮਘਾ ਦਿੱਤੀ ਜਾਂਦੀ ਹੈ, ਜੋ ਕਈ ਦਿਨ ਧੁਖਦੀ ਰਹਿੰਦੀ ਹੈ। ਕਹਿੰਦੇ ਇਸ ਧੂਫ ਦੀ ਵਾਸ਼ਨਾ ਨਾਲ ਕੋਈ ਮਾੜੀ ਚੀਜ਼ ਜਾਨੀ ਤੇ ਬੱਚੇ ਦੇ ਨੇੜੇ ਨਹੀਂ ਫੜਕਦੀ। ਜੇ ਪੁੱਤਰ ਨਾ ਬਚਦੇ ਹੋਣ ਤਾਂ ਕਈ ਵਾਰੀ ਨਵ ਜੰਮਿਆ ਪੁੱਤ ਸਾਧਾਂ ਦੇ ਡੇਰੇ ਨੂੰ ਚੜ੍ਹਾ ਦਿੱਤਾ ਜਾਂਦਾ ਹੈ। ਬਈ ਜੇ ਸਾਡੇ ਭਾਗ ਮਾੜੇ ਹੋਏ ਤਾਂ ਸਾਧਾਂ ਦੇ ਡੇਰੇ ਲਈ ਇਹ ਬੱਚਾ ਬਚ ਜਾਵੇਗਾ। ਕਈ ਬੱਚਾ ਜੰਮਣ ਵੇਲੇ ਨੱਕ ਵਿੰਨ੍ਹ ਕੇ ਨੱਥੂ ਜਾਂ ਨੱਥਾ ਸਿਉਂ ਨਾਂ ਰੱਖ ਦਿੰਦੇ ਹਨ। ਕਹਿੰਦੇ ਵਿਦੇ ਹੋਏ ਬੱਚੇ ਨੂੰ ਮੌਤ ਨਹੀਂ ਪਿੱਟਦੀ। ਤਿੰਨਾਂ ਕੁੜੀਆਂ ਪਿੱਛੋਂ ਜੰਮਣ ਵਾਲੇ ਮੁੰਡੇ ਨੂੰ ਤੇਲੜ ਕਹਿੰਦੇ ਹਨ। ਤੇਲੜ ਪੁੱਤ ਜੰਮਣਾ ਘਰਦਿਆਂ ਲਈ ਨੁਕਸਾਨਦੇਹ ਹੁੰਦਾ ਹੈ। ਉਸਦੇ ਜੰਮਣ ਪਿੱਛੋਂ ਘਰ ਵਿੱਚ ਕੋਈ ਹੋਣੀ ਜਾਂ ਕਿਸੇ ਵੱਡੇ ਦੀ ਮੌਤ ਜ਼ਰੂਰ ਹੁੰਦੀ ਹੈ। ਕੀ ਪਹਿਲਾਂ ਸਾਰਾ ਟੱਬਰ ਅਮਰ ਹੀ ਹੁੰਦਾ ਹੈ? ਜੇ ਹੋਰ ਨਹੀਂ ਤਾਂ ਕਿਸੇ ਚੀਜ਼ ਦਾ ਨੁਕਸਾਨ ਹੁੰਦਾ ਹੈ। ਕਿਧਰੇ ਅੱਗ ਤਾਂ ਜ਼ਰੂਰ ਲੱਗਦੀ ਹੈ। ਲੀਰ ਜਾਂ ਫੂਸ ਦੇ ਪੁਲੇ ਨੂੰ ਅੱਗ ਲੱਗ ਕੇ ਬੁਝ ਜਾਵੇ ਤਾਂ ਸੂਲੀ ਦੀ ਸੂਲ ਬਣ ਜਾਂਦੀ ਹੈ। ਆਖਿਆ ਜਾਂਦਾ ਹੈ ਚਲੋ ਬਲਾ ਟਲੀ, ਇਹ ਗ੍ਰਹਿ ਤਾਂ ਕਰੜਾ ਸੀ। ਤੇਲੜ ਬੱਚੇ ਨੂੰ ਥੱਲਾ ਕੱਢ ਕੇ ਉਸ ਵਿੱਚੋਂ ਦੀ ਜਾਂ ਦੇਲੀਆਂ ਪੱਟ ਕੇ ਹੇਠਾਂ ਦੀ ਟੋਆ ਪੁੱਟ ਕੇ ਲੰਘਾ ਕੇ ਸ਼ੁੱਧ ਕੀਤਾ ਜਾਂਦਾ ਹੈ। ਇਉਂ ਕਰਨ ਨਾਲ ਫਿਰ ਤੇਲੜ ਦੇ ਸਾਰੇ ਮਾੜੇ ਪ੍ਰਭਾਵ ਹਟ ਜਾਂਦੇ ਹਨ। 8ਵੇਂ ਮਹੀਨੇ ਜੰਮੇ ਬੱਚੇ ਨੂੰ ਅਠਮਾਹਾ ਹੋਣ ਦੀ ਉਪਾਧੀ ਦਿੱਤੀ ਜਾਂਦੀ ਹੈ। ਅੱਵਲ ਤਾਂ ਕਹਿੰਦੇ ਹਨ ਅਠਮਾਹਾ ਬੱਚਾ ਬਚਦਾ ਨਹੀਂ ਹੁੰਦਾ। ਜੇ ਬਚ ਜਾਏ ਤਾਂ ਮਾਪਿਆਂ ਵਿੱਚੋਂ ਜ਼ਰੂਰ ਇੱਕ ਅੱਧੇ ਜੀਅ 'ਤੇ ਮਾੜਾ ਹੁੰਦਾ ਹੈ, ਭਾਵ ਜੀਅ ਦੀ ਭੇਟਾ ਲੈਂਦਾ ਹੈ। 8ਵੇਂ ਤੇ 18ਵੇਂ ਦਿਨ ਤੇ ਇਉਂ 18 ਵਰ੍ਹਿਆਂ ਤੱਕ ਉਸਦੀ ਇਹਤਿਆਤ ਰੱਖੀ ਜਾਂਦੀ ਹੈ। ਕੱਤੇ ਦੇ ਮਹੀਨੇ ਪੁੱਤ ਦਾ ਜੰਮਣਾ ਬਹੁਤ ਮਾੜਾ ਖਿਆਲ ਕੀਤਾ ਜਾਂਦਾ ਹੈ ਕਿ ਜ਼ਰੂਰ ਕਿਸੇ ਦਾ ਸਿਰ ਲਏਗਾ ਜਾਂ ਫਿਰ ਆਪੇ ਮੌਤ ਦੇ ਮੂੰਹ ਚਲਿਆ ਜਾਊ। ਇਹਨਾਂ ਗੱਲਾਂ ਕਾਰਨ ਇਹਨਾਂ ਮਹੀਨਿਆਂ ਵਿੱਚ ਜੰਮੇ ਬਾਲਾਂ ਦੀ ਸੰਭਾਲ ਲਈ ਬੜੇ ਉਪਾਅ, ਤਵੀਤ ਤੇ ਯੰਤਰ ਮੰਤਰ ਕਰਾਏ ਜਾਂਦੇ ਹਨ। ਬੱਚਾ ਜੰਮਣ ਅਤੇ ਸ਼ਿਲੇ ਦੇ ਦਿਨੀ ਬਾਹਰ ਵੱਧਣ ਵਾਲੇ ਦਿਨ ਹਰ ਜ਼ਨਾਨੀ ਬਾਰੇ ਖਾਸ ਇਹਤਿਆਤਾਂ ਰੱਖੀਆਂ ਜਾਂਦੀਆਂ ਹਨ। ਕੁੱਤੇ ਬਿੱਲੀ ਦੀ ਰਾਖੀ, ਬਾਹਰੋਂ ਐਰ ਗੈਰ ਦਾ ਆਉਣਾ ਜਾਣਾ ਤੇ ਹੱਥ ਪੈਰ ਧੋਤੇ ਬਿਨਾਂ ਅੰਦਰ ਲੰਘਣਾ ਵਰਜਿਤ ਹੁੰਦਾ ਹੈ। ਜਣੇਪੇ ਵਾਲੇ ਘਰ ਦੀਆਂ ਨਿਸ਼ਾਨੀਆਂ ਦੱਸਣ ਲਈ ਸ਼ਰੀਂਹ ਦੇ ਹਰੇ ਪੱਤੇ ਜਾਂ ਸ਼ਰੀਂਹ ਨਾ ਮਿਲੇ ਤਾਂ ਕਿਸੇ ਹੋਰ ਸ਼ੁਭ ਦਰੱਖਤ ਦੇ ਰੱਸੀ ਵਿੱਚ ਪਰੋ ਕੇ ਬੂਹੇ ਅੱਗੇ ਲਟਕਾ ਦਿੱਤੇ ਜਾਂਦੇ ਹਨ। ਜੇ ਜਣੇਪਾ ਔਖਾ ਹੋ ਜਾਏ ਤਾਂ ਘਰ ਦੇ ਸਾਰੇ ਜੀਅ ਜਿੰਦੇ ਤੇ ਜਾਨੀ ਦੇ ਸਿਰ ਦੀ ਮਿੱਡੀ ਖੋਲ੍ਹ ਕੇ ਸਮਝਾਇਆ ਜਾਂਦਾ ਹੈ ਕਿ ਬੱਚਾ ਹੁਣ ਜ਼ਰੂਰ ਬਿਨਾਂ ਕਿਸੇ ਦਿੱਕਤ ਦੇ ਹੀ ਜੰਮ ਪਏਗਾ। ਛੋਟੇ ਛੋਟੇ ਬੱਚਿਆਂ ਦੀਆਂ ਦੁੱਧ ਦੰਦੀਆਂ ਜਦੋਂ ਉੱਗਣੀਆਂ ਸ਼ੁਰੂ ਹੁੰਦੀਆਂ ਹਨ, ਜੇ ਰਾਤ ਹੋਵੇ ਤਾਂ ਚੰਦ ਵੱਲ, ਜੇ ਦਿਨ ਹੋਵੇ ਤਾਂ ਸੂਰਜ ਵੱਲ ਮੂੰਹ ਕਰਾ ਕੇ ਬੱਚੇ ਦੇ ਮੂੰਹ ਵਿੱਚੋਂ
ਇਹ ਅਖਵਾਇਆ ਜਾਂਦਾ ਹੈ। ਸੁਰਜਾ ਸੁਰਜਾ ਪੁਰਾਣਾ ਦੰਦ ਲੈ ਜਾ, ਨਵਾਂ ਦੰਦ ਦੇ ਜਾ। ਅਖੇ ਇਸ ਤਰ੍ਹਾਂ ਦੀ ਪ੍ਰਾਰਥਨਾ ਨਾਲ ਨਵੇਂ ਦੰਦ ਛੇਤੀ ਆ ਜਾਂਦੇ ਹਨ। ਵਿਆਹ ਸ਼ਾਦੀਆਂ ਵੇਲੇ ਬੜੇ ਧਿਆਨ ਨਾਲ ਸਾਹ ਸੁਧਾਇਆ ਜਾਂਦਾ ਹੈ। ਗ੍ਰਹਿਆਂ ਦੀ ਦੇਖ ਰੇਖ ਕੀਤੀ ਜਾਂਦੀ ਹੈ। ਕਿਹੜੇ ਦਿਨ ਦਾ ਯੋਗ ਜੁੜਦਾ ਹੈ, ਕਿਸ ਦਿਨ ਧਰਤੀ ਅਸਮਾਨ ਦਾ ਸੰਯੋਗ ਹੈ ਆਦਿ ਖਾਸ ਖਿਆਲ ਰੱਖਣ ਵਾਲੇ ਸੰਕੇਤ ਲੱਭੇ ਜਾਂਦੇ ਹਨ। ਕਿਧਰੇ ਲਾੜਾ ਮੰਗਲੀਕ ਤਾਂ ਨਹੀਂ, ਕਿਸੇ ਸਿਤਾਰੇ ਦਾ ਕਿਹੜੇ ਵੇਲੇ ਮੰਦਾ ਚੰਗਾ ਅਸਰ ਪੈਂਦਾ ਹੈ। ਪਾਂਦਾ ਪੱਤਰੀ ਦੇਖ ਕੇ ਖਾਸ ਸਮਾਂ ਮੁਕਰਰ ਕਰਦਾ ਹੈ। ਭਾਵੇਂ ਸਿੰਘ ਸਭੀਆਂ ਦੇ ਜ਼ੋਰ ਪੈਣ ਕਾਰਨ ਇਹ ਵਿਸ਼ਵਾਸ ਤੇ ਵਿਚਾਰਾਂ ਘਟ ਗਈਆਂ ਹਨ। ਨਾਲੇ ਬਾਬਾ ਜੱਲਣ ਵੀ ਤਾਂ ਸਾਫ਼ ਕਹਿ ਗਿਆ ਹੈ ਕਿ ਜੇ ਸਾਹਾ ਸੋਧਿਆ ਵੀ ਪਾਂਦਿਆਂ ਦੀਆਂ ਕੁੜੀਆਂ ਰੰਡੀਆਂ ਹੋ ਜਾਂਦੀਆਂ ਹਨ ਤਾਂ ਜੱਟ ਢੱਗੇ ਮੁਤਾਬਕ ਇਹ ਬ੍ਰਾਹਮਣ ਅਤੇ ਜੋਸ਼ੀ ਹੋਰ ਲੋਕਾਂ ਦਾ ਕੀ ਸਵਾਰਨਗੇ। ਵੇਦਾਂ ਦੇ ਘਰ ਪਿੱਟਣਾ, ਬ੍ਰਾਹਮਣ ਦੇ ਘਰ ਰੰਡ, ਚੱਲ ਜਿੱਲਣਾ ਘਰ ਆਪਣੇ ਸਾਹਾ ਸੋਧ ਨਿਸ਼ੰਗ। ਮੌਤ ਕਮੌਤੇ ਮਰੇ ਬੰਦੇ, ਖਾਸ ਕਰਕੇ ਜ਼ਨਾਨੀ ਦੀ ਜੇ ਛੇਤੀ ਗਤੀ ਨਾ ਕਰਾਈ ਜਾਵੇ, 13 ਦਿਨਾਂ ਪਿੱਛੋਂ ਜਮਾਂ ਦੇ ਪਿੰਡ ਭਰਾ ਕੇ 12 ਨਾ ਡੋਲਿਆ ਜਾਵੇ ਤਾਂ ਪ੍ਰੇਤ ਬਣ ਜਾਂਦਾ ਹੈ, ਜਿਹੜਾ 7 ਪੀੜ੍ਹੀਆਂ ਤੱਕ ਖਹਿੜਾ ਨਹੀਂ ਛੱਡਦਾ। ਮਰ ਕੇ ਬੰਦਾ ਪ੍ਰੇਤ ਦੀ ਜੂਨ ਨਾ ਆਵੇ, ਇਸ ਲਈ ਵੱਡੇ ਵੱਡੇ ਉਪਾਅ ਗਰੁੜ ਪੁਰਾਣ ਦੇ ਪਾਠ ਘਰ ਤੇ ਚੌਹਾਂ ਖੁੰਝਿਆਂ ਵਿੱਚ, ਕੁਝ ਖਾਸ ਕਰਕੇ ਸਤਨਾਜਾ ਦੱਬ ਕੇ ਪੰਡਤਾਂ ਪਾਂਦਿਆਂ ਤੋਂ ਜਾਪ ਕਰਾਉਂਦੇ ਹਨ। ਇੱਕ ਗੱਲ ਮੇਰੇ ਪਿੰਡ ਦੀ ਸੁਣਨ ਵਾਲੀ ਹੈ। ਪਹਿਲਾਂ ਕੋਈ ਬ੍ਰਾਹਮਣ ਗਰੁੜ ਪੁਰਾਣ ਦਾ ਪਾਠ ਕਰਨ ਨਹੀਂ ਸੀ ਜਾਣਦਾ। ਬ੍ਰਾਹਮਣਾਂ ਨੇ ਸਾਰਾ ਜ਼ੋਰ ਲਾ ਕੇ ਇੱਕ ਮੁੰਡੇ ਨੂੰ ਗਰੜ ਪੜ੍ਹਾਇਆ। ਜਦੋਂ ਮੁੰਡਾ ਖਾਸਾ ਚਿਰ ਤੋਂ ਕੋਈ ਦੂਰੋਂ ਗਰੜ ਪੜ੍ਹ ਕੇ ਆਇਆ ਤਾਂ ਬ੍ਰਾਹਮਣਾਂ ਤੋਂ ਚੌ ਨਾ ਚੁੱਕਿਆ ਜਾਵੇ। ਖਿਆਲ ਇਹ ਸੀ ਕਿ ਹੁਣ ਜੇ ਹੋਰ ਨਹੀਂ ਤਾਂ ਮਰੇ ਠਰੇ ਬੰਦਿਆਂ ਤੋਂ ਪਿੰਡ ਦੀ ਆਮਦਨੀ ਤਾਂ ਪਿੰਡ ਵਿੱਚ ਹੀ ਰਹੇਗੀ। ਉਹਨਾਂ ਦਾ ਵੱਡਾ ਬ੍ਰਾਹਮਣ ਪਿੰਡ ਵਿੱਚ ਇਸ਼ਤਿਹਾਰਬਾਜ਼ੀ ਕਰਦਾ ਫਿਰੇ, ਚੌਧਰੀ ਮੁੰਡਾ ਗਰੜ ਦਾ ਪਾਠ ਬੜਾ ਸ਼ੁੱਧ ਕਰਦਾ ਹੈ, ਮਜਾਲ ਹੈ ਇੱਕ ਰੁੱਕੇ। ਸਾਰਾ ਗਰੜ ਮੂੰਹ ਜਵਾਨੀ ਕੰਠ ਕੀਤਾ ਹੋਇਆ ਏ, ਬੈਠਾ ਪੁੱਟ ਪੁੱਟ ਪੜ੍ਹੀ ਜਾਂਦਾ ਹੈ। ਜੱਟਾਂ ਤੇ ਹੋਰ ਲੋਕਾਂ ਨੂੰ ਇਉਂ ਕਹਿੰਦਾ ਬੁਰਾ ਨਾ ਲੱਗਿਆ, ਸਗੋਂ ਇਹ ਕਹਿਣਾ ਚੰਗਾ ਹੋਏ ਵੇਲੇ ਕੁਵੇਲੇ ਪਿੰਡੋਂ ਹੀ ਕੰਮ ਸਰ ਜਾਇਆ ਕਰੇਗਾ। ਪਰ ਇਹੋ ਗੱਲ ਉਹ ਸਹਿਜ ਸੁਭਾਅ ਬਾਣੀਏ ਦੇ ਘਰ ਆਖ ਬੈਠਾ। ਅੱਗੋਂ ਬਾਣੀਏ ਉਹ ਅਜਿਹੇ ਟੱਕਰੇ ਕਿ ਗੱਲ ਘੁਸੁੰਨ ਮੁੱਕੀ ਤੱਕ ਜਾ ਪੁੱਜੀ। ਬਾਣੀਏ ਕਹਿਣ, ਜੇ ਤੇਰਾ ਮੁੰਡਾ ਗਰੜ ਦਾ ਪਾਠ ਚੰਗਾ ਕਰ ਲੈਂਦਾ ਤਾਂ ਪਹਿਲਾਂ ਆਪਣੇ ਘਰ ਕਰਾ ਲਓ, ਸੁੱਖੀ ਸਾਂਦੀ ਸਾਡੇ ਘਰ ਤਾਂ ਸਾਰੇ ਰਾਜ਼ੀ ਬਾਜ਼ੀ ਨੇ। ਵਿਗੜਿਆ ਬ੍ਰਾਹਮਣ ਮੁੰਡੇ ਦੇ ਪਾਠ ਕਰਾਉਣ ਲਈ ਘਰ ਘਰ ਮੌਤਾਂ ਭਾਲਦਾ ਫਿਰਦਾ। ਬ੍ਰਾਹਮਣ ਕਹੇ, ਦੇਖਾਂਗੇ ਜਦੋਂ ਤੁਹਾਡਾ ਕੋਈ ਨਾ ਮਰਿਆ। ਇਹ ਕਾਲ ਬਲੀ ਤਾਂ ਸਭ ਦੇ ਸਿਰਾਂ ਤੇ ਭੌਂਦਾ ਫਿਰਦਾ। ਆਂਢੀਆਂ ਗੁਆਂਢੀਆਂ ਨੇ ਵਿੱਚ ਪੈ ਕੇ ਲੜਨੋਂ ਹਟਾਏ। ਹਾਲਾਂ ਕੋਈ ਮਰਿਆ ਨਹੀਂ, ਤੁਸੀਂ ਪਹਿਲਾਂ ਹੀ ਮਾੜੀਆਂ ਗੱਲਾਂ ਕਿਉਂ ਕਰਨ ਲੱਗੇ ਹੋ? ਦੇਖੀ ਜਾਊ ਜਦੋਂ ਵੇਲਾ ਆਏਗਾ। ਨਰਕ ਤੱਕ ਵੀ ਬੰਦੇ ਨੂੰ ਕਿਤੇ ਸੌਖਾ ਜਿਹਾ ਥੋੜ੍ਹਾ ਆਪੜਨ ਦਿੱਤਾ ਜਾਂਦਾ ਹੈ। ਜਿਉਂਦੇ ਜੀ ਲਈ ਹਰ ਤਰ੍ਹਾਂ ਦੀ ਹੀਮ ਕੀਮ ਤੋਂ ਬਚਣ ਵਾਸਤੇ ਗੁਰਦੁਆਰੇ ਦੇ ਭਾਈ ਤੋਂ ਸ਼ਬਦ ਲਿਖਾ ਕੇ ਤਾਂਬੇ ਤੇ ਚਾਂਦੀ ਦੇ ਤਵੀਤ ਮੜਾ ਕੇ ਗਲ ਵਿੱਚ ਪਾਏ ਜਾਂਦੇ ਹਨ। ਜੇ ਕਿਸੇ ਟੱਬਰ ਦੇ ਜੀਅ ਦਾ ਸਿਰ ਦੁਖੇ, ਕਿਸੇ ਦੀ ਹੋਰ ਬਦ ਪਰਹੇਜ਼ੀ ਕਾਰਨ ਤਬੀਅਤ ਨਸਾਜ ਹੋ ਜਾਵੇ, ਤਕੀਏ ਵਾਲੇ ਸਾਈਂ ਤੋਂ ਗੂਗਲ ਕਰਾ ਕੇ ਉਸਨੂੰ ਕੋਰੇ ਚੱਪਣ ਵਿੱਚ ਪਾ ਕੇ ਪਹਿਲਾਂ ਧੂਣੀ ਦਿੱਤੀ ਜਾਂਦੀ ਹੈ, ਫਿਰ ਪਾਣੀ ਉੱਤੇ ਮੰਤਰ ਪੜ੍ਹਾ ਕੇ ਦੁੱਖ ਹਰਨ ਪਾਣੀ ਕਰ ਦਿੰਦਾ ਹੈ। ਅੱਧਾ ਸਿਰ ਦੁਖੇ ਤਾਂ ਪੁੜਪੁੜੀਆਂ ਨੂੰ ਠੀਕਰੀਆਂ ਨਾਲ ਘੁੱਟ ਕੇ ਮੰਤਰ ਪਾਠ ਕੀਤਾ ਜਾਂਦਾ ਹੈ। ਇਹ ਮੰਤਰ ਕਿਹੋ ਜਿਹਾ ਹੁੰਦਾ ਹੈ, ਇਸ ਦੀ ਜਾਣਕਾਰੀ ਦੀ ਲੋੜ ਨਹੀਂ ਸਮਝੀ ਜਾਂਦੀ। ਜਿਸ ਨੇ ਮੰਤਰ ਪੜ੍ਹਨਾ ਹੁੰਦਾ ਹੈ ਉਸ ਦੇ ਹੱਥ ਜਸ ਨੂੰ ਪਹਿਲ ਦਿੱਤੀ ਜਾਂਦੀ ਹੈ। ਵਿਸ਼ਵਾਸ ਦੀ ਗੱਲ ਇਹ ਹੈ, ਭਾਈ ਅਮਕੇ ਬੰਦੇ ਦੇ ਤਾਂ ਬਸ ਫੂਕ ਮਾਰਨ ਦੀ ਘੋਲ ਹੁੰਦੀ ਹੈ, ਝੱਟ ਸਿਰ ਪੀੜ ਹਟ ਜਾਂਦੀ ਹੈ। ਇਹ ਸੇਵਾ ਗੁਰਸਿੱਖ ਗ੍ਰੰਥੀਆਂ ਚੰਗੇ ਆਚਰਣ ਵਾਲੇ ਸਿਦਕੀਆਂ ਤੋਂ ਵੀ ਲਈ ਜਾਂਦੀ ਹੈ। ਜਦੋਂ ਜਥੇਦਾਰ ਸੰਤੋਖ ਸਿੰਘ ਨੇ ਸਿਰ ਉਂਗਲਾਂ ਵਿੱਚ ਫੜ ਕੇ ਸਿਰ ਮਸਤਕ ਰੱਖਿਆ, ਪਾਰ ਬ੍ਰਹਮ ਪੜ੍ਹਨਾ ਸ਼ੁਰੂ ਕੀਤਾ, ਮੈਨੂੰ ਤਾਂ ਬਸ ਉਦੋਂ ਹੀ ਸ਼ਾਂਤੀ ਮਿਲ ਗਈ ਨਾ ਭਾਈ। ਆਪੋ ਆਪਣੇ ਨੀਚੇ ਦੀ ਗੱਲ ਹੁੰਦੀ ਹੈ। ਆ ਕੇ ਆਪਣੇ ਆਪੇ ਦੀ ਸ਼ਕਤੀ ਨਾਲ ਅਚੇਤ ਤੌਰ 'ਤੇ ਅਰੋਗ ਹੋਣ ਵਾਲੇ ਮੇਰੇ ਪਿੰਡ ਵਿੱਚ ਸ਼ਾਇਦ ਸਭ ਤੋਂ ਹੀ ਵਧੇਰੇ ਹਨ। ਲਵੇਰੀ ਮੈਂ ਗਾਂ ਵਕਤ ਸਿਰ ਦੁੱਧ ਨਾ ਦੇਵੇ ਤਾਂ ਉਸਨੂੰ ਕਿਸੇ ਦੀ ਨਜ਼ਰ ਲੱਗੀ ਹੋਈ ਮੰਨੀ ਜਾਂਦੀ ਹੈ। ਕਿਸੇ ਬੰਦੇ ਬਾਰੇ ਘਰ ਆਉਣ ਜਾਂ ਡੰਗਰ ਬੱਚੇ ਦੇ ਸਲਾਉਣ ਦਾ ਸ਼ੱਕ ਹੋਵੇ ਤਾਂ ਉਸਦੇ ਪੈਰਾਂ ਦੀ ਮਿੱਟੀ ਚੁੱਕ ਕੇ 7 ਵਾਰੀ ਉਸ ਡੰਗਰ ਤੋਂ ਘੁਮਾ ਕੇ ਚੁੱਲ੍ਹੇ ਵਿੱਚ ਸਾੜ ਦਿੱਤੀ ਜਾਂਦੀ ਹੈ। ਜੇ ਕਿਸੇ ਨਜ਼ਰ ਆਉਣ ਵਾਲੇ ਦਾ ਪੂਰਾ ਖੋਜ ਨਾ ਮਿਲੇ ਚੁਰਸਤੋਂ ਵਿੱਚੋਂ ਕਿ ਇੱਥੋਂ ਦੀ ਉਹ ਲੰਘਿਆ ਹੀ ਹੋਵੇਗਾ, ਲੱਪ ਕਮੇਟੀ ਲਿਆ ਕੇ ਡੰਗਰ ਉੱਤੋਂ ਦੀ ਵਾਰ ਕੇ ਚੁੱਲ੍ਹੇ ਵਿੱਚ ਸਾੜ ਦਿੱਤੀ ਜਾਂਦੀ ਹੈ। ਹੋਰ ਕੁਝ ਨਾ ਬਣੇ ਤਾਂ ਲਾਲ ਮਿਰਚਾਂ ਡੰਗਰਾਂ ਉੱਤੋਂ ਦੀ 7 ਵਾਰ ਵਾਰ ਕੇ ਘੁਮਾ ਕੇ ਫੂਟ ਛੱਡਦੇ ਹਨ। ਨਜ਼ਰ ਤੇ ਮੰਦੇ ਪ੍ਰਭਾਵ ਦੂਰ ਕਰਨ ਲਈ ਉਪਾਅ ਜੋ ਕਰਨਾ ਹੋਇਆ। ਨਵਾਂ ਘਰ ਬਣਨ ਸਾਰ ਝਟ ਕਾਲਾ ਤਬਲਾ
ਅਤੇ ਟੁੱਟਿਆ ਛਿੱਤਰ ਬਨੇਰੇ ਉੱਤੇ ਟੰਗ ਦਿੰਦੇ ਹਨ ਤਾਂ ਜੋ ਮਕਾਨ ਸੋਹਣਾ ਲੱਗਣ ਤੇ ਕਿਸੇ ਦੀ ਭੈੜੀ ਨਜ਼ਰ ਨਾ ਲੱਗ ਜਾਵੇ। ਨਜ਼ਰ ਦੇ ਡਰ ਤੋਂ ਛੋਟੇ ਛੋਟੇ ਬੱਚਿਆਂ ਦੇ ਵਾਲ ਵਾਹ ਕੇ, ਸੁਰਮਾ ਪਾ ਕੇ, ਤਵੇ ਦੀ ਕਾਲਖ ਜਾਂ ਹਾਰੀ ਦੀ ਸੁਆਹ ਦਾ ਮੱਥੇ ਨੂੰ ਟਿੱਕਾ ਲਾ ਦਿੰਦੇ ਹਨ। ਛੋਟੇ ਬੱਚਿਆਂ ਨੂੰ ਨਜ਼ਰ ਤੋਂ ਬਚਾਉਣ ਲਈ ਇੱਕ ਮੋਟਾ ਤੇ ਭੱਦਾ ਜਿਹਾ ਕਾਲਾ ਪੱਥਰ, ਜਿਸ ਨੂੰ ਨਜ਼ਰ ਬੱਟੂ ਕਹਿੰਦੇ ਹਨ, ਮੜਾ ਕੇ ਗਲ ਵਿੱਚ ਪਾ ਦਿੱਤਾ ਜਾਂਦਾ ਹੈ। ਕਈ ਵਾਰ ਇਸ ਕਰਾਏ ਹੋਏ ਧਾਗੇ ਨਾਲ ਚਾਂਦੀ ਦੀ ਤਲਵਾਰ ਦਾ ਚਿੰਨ੍ਹ ਤੇ ਸ਼ੇਰ ਦੀ ਜਾੜ ਵੀ ਮੜ ਕੇ ਅੜੰਗ ਦਿੱਤੇ ਜਾਂਦੀ ਹੈ। ਛੋਟੇ ਬੱਚਿਆਂ ਨਾਲ ਚਿਮਟਾ ਖੁਰਚਣਾ, ਪ੍ਰਾਂਤ ਵਿੱਚ ਧੋ ਕੇ ਪਾਣੀ ਪਿਆਉਣਾ, ਪਿੰਡੇ ਉੱਤੇ ਛਿੜਕਣ ਨਾਲ ਵੀ ਕਹਿੰਦੇ ਨਜ਼ਰ ਦਾ ਅਸਰ ਦੂਰ ਹੋ ਜਾਂਦਾ ਹੈ ਅਤੇ ਸੱਪ ਦਾ ਡੰਗਿਆ ਬੰਦਾ ਬਚ ਜਾਂਦਾ ਹੈ। ਪਰ ਇਹ ਨਜ਼ਰ ਦਾ ਡੰਗਿਆ ਨਹੀਂ ਬਚਦਾ। ਨਜ਼ਰ ਤਾਂ ਪੱਥਰਾਂ ਨੂੰ ਵੀ ਪਾੜ ਦਿੰਦੀ ਹੈ। ਨਜ਼ਰ ਲੱਗਣ ਦੀ ਅਹਿਮੀਅਤ ਦੱਸਣ ਵਾਲੇ ਇਸ ਦੇ ਬੜੇ ਕਰੜੇ ਔਗਣ ਦੱਸਦੇ ਹਨ। ਬੱਚਿਆਂ ਦੇ ਗਲ ਵਿੱਚ ਨਜ਼ਰ ਬੱਟੂ ਵਾਂਗ ਕਈ ਪਸ਼ੂਆਂ, ਲਵੇਰੀਆਂ ਤੇ ਚੰਗੇ ਬਲਦਾਂ ਦੇ ਗਲ ਵਿੱਚ ਘੋਗਿਆਂ ਦੀ ਮਾਲਾ ਅੰਦਰ ਪਰੋ ਕੇ ਗਲ ਵਿੱਚ ਹਾਰਾਂ ਨੂੰ ਪਾਇਆ ਜਾਂਦਾ ਹੈ ਤਾਂ ਜੋ ਗਊ ਦੇ ਜਾਇਆ ਨੂੰ ਕੋਈ ਮੰਦੀ ਨਜ਼ਰ ਨਾ ਲੱਗੇ, ਮੰਦੀਆਂ ਰੂਹਾਂ ਦੇ ਪਰਛਾਵੇਂ ਨਾ ਸਤਾਉਣ। ਨਜ਼ਰ ਬੱਟੂ ਦੇ ਹੋਰ ਗੁਣ ਵੀ ਅਣਕਹੇ ਅਨੇਕ ਹਨ। ਨਜ਼ਰ ਲਈ ਹਥੌਲਾ, ਦੰਦਲ ਦਾਤੀ, ਸ਼ਰੀਂ ਜਾਂ ਨਿੰਮ ਦੇ ਪੱਤੇ ਲੈ ਕੇ ਸਿਆਣੇ ਮੰਤਰ ਪੜ੍ਹਦੇ ਹਨ। ਆਪਣੀ ਨਜ਼ਰ, ਪਰਾਈ ਨਜ਼ਰ, ਭੈਣ ਅਤੇ ਭਾਈ ਦੀ ਨਜ਼ਰ, ਆਂਢੀ ਗੁਆਂਢੀ ਦੀ ਨਜ਼ਰ, ਸੱਜਣ ਮਿੱਤ ਦੀ ਨਜ਼ਰ, ਦੂਤੀ ਦੁਸ਼ਮਣ ਦੀ ਨਜ਼ਰ, ਜਿਸ ਕਿਸੇ ਦੀ ਨਜ਼ਰ ਹੈ ਚੁੱਲ੍ਹੇ ਵਿੱਚ ਸੜ ਮਰ। ਨਜ਼ਰ ਕਹਿੰਦੇ ਨੇ ਕਈ ਵਾਰ ਆਪਣੇ ਵੀ ਲੱਗ ਜਾਂਦੀ ਹੈ। ਅੰਗਰੇਜ਼ੀ ਵਾਲੇ ਗੱਲ ਗੱਲ 'ਤੇ ਟੱਚਵੁੱਡ ਇਸੇ ਲਈ ਕਹਿੰਦੇ ਹਨ ਕਿ ਲੱਕੜੀ ਨੂੰ ਛੋਹਣ ਦੇ ਨਾਂ ਲੈ ਕੇ ਕਿਸੇ ਚੀਜ਼ ਨੂੰ ਚੰਗਾ ਕਹਿਣ ਨਾਲ ਉਹ ਚੀਜ਼ ਨਜ਼ਰ ਪ੍ਰੂਫ ਹੋ ਜਾਂਦੀ ਹੈ। ਹਫ਼ਤੇ ਦੇ 7 ਦਿਨ ਆਪਣੇ ਚੰਗੇ ਮੰਦੇ ਫਲਾਂ ਕਾਰਨ ਵੱਖੋ ਵੱਖਰੀ ਮਹੱਤਤਾ ਦੇ ਲਖਾਇਕ ਮੰਨੇ ਜਾਂਦੇ ਹਨ। ਮੰਗਲਵਾਰ ਜਾਂ ਐਤਵਾਰ ਨੂੰ ਸਿਰ ਨਹਾਉਣ ਪਿੱਛੋਂ ਕਿਸੇ ਬੱਚੇ ਨੂੰ ਪੁੱਠੇ ਤਵੇ ਦੀ ਸੁਆਹ ਬੁੱਲ੍ਹਾਂ ਨੂੰ ਮਲੇ ਬਿਨਾਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ। ਖਿਆਲ ਕੀਤਾ ਜਾਂਦਾ ਹੈ ਕਿ ਇਸ ਦੀ ਇੱਲ ਬਲਾ ਦੂਰੋਂ ਭੱਜ ਕੇ ਚਿੰਬੜਦੀ ਹੈ, ਪਰ ਇਹ ਕਾਲਾ ਧੱਬਾ ਦੇਖ ਕੇ ਨੇੜੇ ਨਹੀਂ ਆਉਂਦੀ। ਜੇ ਭੂਤ ਪ੍ਰੇਤ ਦਾ ਡਰ ਹੋਵੇ, ਸੀਵਿਆਂ ਵਿੱਚ ਦੀ ਲੰਘਣਾ ਪਵੇ ਤਾਂ ਬੱਚੇ ਦੇ ਹੱਥਾਂ ਵਿੱਚ ਲੋਹੇ ਦੇ ਕਿੱਲ ਫੜਾ ਦਿੱਤੇ ਜਾਂਦੇ ਹਨ। ਕਹਿੰਦੇ ਲੋਹੇ ਦੇ ਨੇੜੇ ਚੁੜੇਲਾਂ ਨਹੀਂ ਲੱਗਦੀਆਂ। ਕੀ ਜਾਣੀਏ ਲੋਹੇ ਦਾ ਕੜਾ ਪਹਿਨਣ ਦੀ ਫਿਲਾਸਫੀ ਦਾ ਪਿਛੋਕੜ ਵੀ ਇਸੇ ਤਰ੍ਹਾਂ ਦੇ ਗੁਣਾਂ 'ਤੇ ਨਿਰਭਰ ਹੋਵੇ। ਸੀਵਿਆਂ ਵਿੱਚ ਹੱਥ ਧੋਤੇ ਬਿਨਾਂ ਬੇਪਲੀਤੇ ਲੰਘਣਾ, ਖਾਸ ਕਰਕੇ ਚੜ੍ਹਦੇ ਵਾਰ ਐਤਵਾਰ ਨੂੰ ਇੱਲ ਬਲਾ ਨੂੰ ਇੱਕ ਤਰ੍ਹਾਂ ਦਾ ਸੱਦਾ ਦੇਣਾ ਹੀ ਮੰਨਿਆ ਜਾਂਦਾ ਹੈ। ਆਖਦੇ ਹਨ ਦੁਪਹਿਰੇ ਭੂਤ ਪ੍ਰੇਤ ਰੋਟੀ ਪਾਣੀ ਲਈ ਸੀਵਿਆਂ ਵਿੱਚ ਆਏ ਹੁੰਦੇ ਹਨ। ਇਸ ਵੇਲੇ ਬੰਦੇ ਨੂੰ ਦੇਖ ਕੇ ਕੱਚੇ ਸੀਵੇ ਜਾਗ ਪੈਂਦੇ ਹਨ। ਦਿਨਾਂ ਬਾਰੇ ਵਿਸ਼ਵਾਸ। ਸਰਕਾਰ ਦੇ ਕਾਨੂੰਨ ਨੇ ਤਾਂ ਐਤਵਾਰ ਨੂੰ ਛੁੱਟੀ ਦਾ ਦਿਨ ਬਣਾ ਦਿੱਤਾ, ਪਰ ਪੰਜਾਬ ਦੇ ਬਾਣੀਏ ਇਸ ਦਿਨ ਹੱਟੀਆਂ ਦੀਆਂ ਚੌਕੜੀਆਂ ਉੱਤੇ ਇਸ ਲਈ ਪੋਚਾ ਫੇਰਦੇ ਹਨ ਕਿ ਇਉਂ ਹਫ਼ਤਾ ਭਰ ਗਾਹਕੀ ਚੰਗੀ ਪੈਂਦੀ ਹੈ। ਗੁਰੂਵਾਰ ਜੋ ਹੋਇਆ ਇਸ ਬਾਰੇ ਮਸ਼ਹੂਰ ਹੈ, ਐਤਵਾਰ ਜਾਣੀਏ ਹੱਟਾਂ ਲਿਪਦੇ ਬਾਣੀਏ। ਸੋਮਵਾਰ ਚੰਗਾ ਸ਼ੁਭ ਦਿਨ ਮੰਨਿਆ ਗਿਆ ਹੈ। ਸੋਮਵਾਰੀ ਮੱਸਿਆ ਤੇ ਜੇ ਕਿਧਰੇ ਉਹ ਵੀ ਚੇਤ ਜਾਂ ਭਾਦਰੋਂ ਦੀ ਆ ਜਾਵੇ ਤਾਂ ਦੂਰੋਂ ਨੇੜੇ ਦੇ ਤੀਰਥਾਂ ਉੱਤੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਲਈ ਬੁੱਢੀਆਂ ਤੇ ਜਥਿਆਂ ਦੇ ਨੇੜੇ ਦੇ ਤੀਰਥ ਤਲਾਅ ਦਰਿਆਓ ਵੱਲ ਵਹੀਰਾਂ ਪਾ ਦਿੰਦੇ ਹਨ। ਸੋਮਵਾਰ ਨੂੰ ਮੰਜੀ ਬੁਣਨ ਦਾ ਉਦਘਾਟਨ ਕਰ ਲੈਣਾ ਬੜਾ ਲਾਹੇਵੰਦ ਹੁੰਦਾ ਹੈ। ਜੇ ਸੁੱਖ ਸੁੱਤਾ ਲੋੜਦੈ ਮੰਜੀ ਊਣੀ ਸੋਮਵਾਰ। ਮੰਗਲਵਾਰ ਕੁਝ ਮਾੜਾ ਦਿਨ ਹੁੰਦਾ ਹੈ। ਜੇ ਕਿਸੇ ਦਾ ਸਿਰ ਦੁਖਦਾ ਹੋਵੇ ਤਾਂ ਝੱਟ ਲੱਖਣ ਲਾ ਲਿਆ ਜਾਂਦਾ ਹੈ ਕਿ ਮੰਗਲਵਾਰ ਨੂੰ ਕੇਸੀ ਨਹਾਉਣ ਕਰਕੇ ਦੁਖਦਾ ਹੈ। ਮੰਗਲਵਾਰ ਨੂੰ ਹਨੂੰਮਾਨ ਦਾ ਦਿਨ ਸਮਝ ਕੇ ਮਾਂਸ ਪਕਾਉਣਾ ਤੇ ਖਾਣਾ ਮੰਦਾ ਸਮਝਿਆ ਜਾਂਦਾ ਹੈ। ਮੰਗਲਵਾਰ ਨੂੰ ਤਾਂ ਭਾਈ ਟੋਭੇ ਵਿੱਚ ਮੈਂ ਵੀ ਸਿਰ ਨਹੀਂ ਭਿਉਂਦੀ। ਨਾਲ ਹੀ ਮੰਗਲਵਾਰ ਨੂੰ ਮਰਦ ਦਾ ਦਿਨ ਵੀ ਮੰਨਿਆ ਜਾਂਦਾ ਹੈ। ਇਸ ਦਿਨ ਨੀਂਹ ਧਰਨੀ ਚੰਗੀ ਸਮਝੀ ਜਾਂਦੀ ਹੈ। ਇੱਟਾਂ ਦੇ ਆਵੇ ਜਾਂ ਭੱਠੇ ਨੂੰ ਅੱਗ ਦੇਣ ਨਾਲ ਇਸ ਦਿਨ ਦਾ ਵਿਚਾਰ ਸ਼ੁਭ ਹੈ, ਪਰ ਮੰਗਲਵਾਰ ਤੇ ਬੁੱਧਵਾਰ ਨੂੰ ਪਹਾੜ ਵੱਲ ਜਾਣਾ ਕੁਸ਼ਗਨ ਮੰਨਿਆ ਜਾਂਦਾ ਹੈ। ਮੰਗਲ ਬੁੱਧ ਨਾ ਜਾਈਏ ਪਹਾੜ, ਜਿੱਤੀ ਬਾਜ਼ੀ ਆਈਏ ਹਾਰ। ਬੁੱਧਵਾਰ ਨੂੰ ਲੰਮੀਆਂ ਬਾਟਾਂ ਵਾਲੇ ਪੈਂਡੇ ਟੁਰਨਾ ਮਾੜਾ ਖਿਆਲ ਕੀਤਾ ਜਾਂਦਾ ਹੈ। ਬੁੱਧਵਾਰ ਉੱਭੇ ਨਾ ਜਾਈਏ, ਜੇ ਜਾਈਏ ਤਾਂ ਬੜਾ ਦੁੱਖ ਪਾਈਏ। ਉਂਝ ਬੁੱਧ ਕੰਮ ਸ਼ੁੱਧ ਦੇ ਪ੍ਰਵਚਨ ਮੁਤਾਬਕ ਜਿਹੜੇ ਕੰਮ ਬੁੱਧ ਨੂੰ ਆਰੰਭਿਆ ਜਾਵੇ ਕਹਿੰਦੇ ਬੜੀ ਸ਼ਾਨ ਨਾਲ ਪੂਰਾ ਹੁੰਦਾ ਹੈ। ਖਾਸ ਕਰਕੇ ਬੁੱਧਵਾਰ ਨੂੰ ਨਵੇਂ ਕੱਪੜੇ ਪਾਉਣ ਜਿਹਾ ਤਾਂ ਹੋਰ ਚੰਗਾ ਸ਼ਗਨ ਹੀ ਨਹੀਂ ਹੁੰਦਾ। ਬੁੱਧ ਸਨੀਚਰ ਕੱਪੜੇ ਗਹਿਣੇ ਐਤਵਾਰ, ਜਿਨ੍ਹਾਂ ਦੇ ਚੰਗੇ ਮੰਦੇ ਪ੍ਰਭਾਵ ਫਸਲਾਂ ਦੇ ਕੰਮਕਾਜ ਆਰੰਭਣ ਵੇਲੇ ਵੀ ਸ਼ੁਭ ਅਸ਼ੁਭ ਮੰਨੇ ਜਾਂਦੇ ਹਨ, ਜਿਵੇਂ ਵਾਢੀ ਤੇ ਬਿਜਾਈ ਲਈ ਪ੍ਰਸਿੱਧ ਹੈ। ਮੰਗਲ ਦਾਤੀ ਬੁੱਧ ਵਿਆਈ। ਬੁੱਧ ਪਿੱਛੋਂ ਵੀਰਵਾਰ ਦਿਨ ਮਾੜਾ ਆ ਜਾਂਦਾ ਹੈ। ਇਸ ਦਿਨ ਕੁੜੀਆਂ ਆਪਣੇ ਵੀਰਾਂ ਨੂੰ ਘਰੋਂ ਨਹੀਂ ਟੋਰਦੀਆਂ। ਕਹਿੰਦੀਆਂ ਵੀਰਵਾਰ ਦੇ ਵਿਛੜੇ ਵੀਰ ਫਿਰ ਉਹਨਾਂ ਨਾਲ ਛੇਤੀ ਮੇਲ ਨਹੀਂ ਹੁੰਦਾ। ਵੀਰਵਾਰ ਨੂੰ ਗਿਰਾਂ ਜਾਣੀ ਰਿਸ਼ਤੇ ਨਾਤੇ ਵਿੱਚ ਜਾਣਾ ਵੀ ਚੰਗਾ ਨਹੀਂ ਹੁੰਦਾ।
ਦੂਰ ਦਾ ਪੈਂਡਾ ਤਾਂ ਹੋਰ ਵੀ ਮਾੜਾ ਹੁੰਦਾ ਹੈ। ਵੀਰਵਾਰ ਨਾ ਜਾਈਏ ਲੰਮੇ, ਚਾਹੇ ਘਰ ਬਈਏ ਨਿਕੰਮੇ। ਮੰਗਲਵਾਰ ਅਤੇ ਸ਼ਨਿਚਰਵਾਰ ਨੂੰ ਦਹੀਂ ਖਾ ਕੇ ਘਰੋਂ ਗਿਰਾਂ ਜਾਣਾ ਚੰਗਾ ਸ਼ਗਨ ਮੰਨਿਆ ਜਾਂਦਾ ਹੈ। ਜੁਮਾ ਭਾਵ ਸ਼ੁੱਕਰਵਾਰ ਨੂੰ ਚੰਗਾ ਦਿਨ ਮੰਨਿਆ ਜਾਂਦਾ ਹੈ। ਖਾਸ ਕਰਕੇ ਮੁਸਲਮਾਨਾਂ ਦੀ ਜੁਮੇ ਦੀ ਰਾਤ ਬੜੀ ਮਾਨਤਾ ਵਾਲੀ ਕਹੀ ਗਈ ਹੈ। ਪਰ ਕਿਸੇ ਦੇ ਘਰ ਤਾਂਬੇ ਦੇ ਪੈਸੇ ਮੰਗਣ ਆਏ ਮੰਗਤੇ ਡਕੌਤ ਦੀ ਤੇਲ ਵਾਲੀ ਬਾਟੀ ਵਿੱਚ ਪਾ ਕੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਹੁਣ ਸ਼ਨਿਚਰ ਲੈ ਗਿਆ। ਨਾ ਮੰਨੀਏ ਤਾਂ ਇਹ ਕਰੋਪੀ ਦੇ ਘਰ ਆਇਆ ਬਹੁਤ ਕਰੜਾ ਹੁੰਦਾ ਹੈ। ਸ਼ਨਿਚਰ ਦੇ ਦਿਨ ਨੂੰ ਆਮ ਲੋਕੀ ਵਾਰ ਕਹਿੰਦੇ ਹਨ। ਮਾਨਤਾ ਹੈ ਕਿ ਇਸ ਦਿਨ ਦਾ ਪ੍ਰਭਾਵ ਬਹੁਤ ਕਰੜਾ ਹੁੰਦਾ ਹੈ। ਕਹਿੰਦੇ ਵਾਗੀ ਐਤਵਾਰੀ ਕਿਸੇ ਦੇ ਕਾਣ ਮਕਾਨ ਚੰਗਾ ਜਾਣਾ ਨਹੀਂ ਹੁੰਦਾ। ਅਗਲੇ ਦੇ ਬੂਹੇ ਅੱਗੇ ਮਕਾਨਾਂ ਥੋੜ੍ਹੇ ਬਿਠਾਈ ਰੱਖਣੀਆਂ ਨੇ। ਐਤਵਾਰ ਨੂੰ ਦਰਿਆ ਪਾਰ ਲੰਘ ਕੇ ਕੰਮ ਕਰਨਾ ਜਾਣਾ ਵੀ ਮੰਦਾ ਮੰਨਿਆ ਜਾਂਦਾ ਹੈ। ਜਿੱਥੇ ਦਰਿਆ ਦੇ ਨੇੜੇ ਨਹੀਂ, ਉਹਨਾਂ ਪਿੰਡਾਂ ਦੇ ਲੋਕ ਇਸ ਅਸੂਲ ਨੂੰ ਕਈ ਵਾਰ ਇੱਥੋਂ ਤੱਕ ਵੀ ਵਰਤੋਂ ਕਰਦੇ ਹਨ ਕਿ ਨਾਲ ਲੱਗਦੇ ਸੂਹੇ ਭਾਵ ਰਜਵਾਹੇ ਦੇ ਪਾਰਲੇ ਪਿੰਡ ਵੀ ਨਹੀਂ ਜਾਣਾ। ਕਹਿੰਦੇ ਹਨ ਉਹ ਹੈ ਇਹ ਤਾਂ ਸੂਆ ਵੀ ਦਰਿਆ ਵਿੱਚੋਂ ਨਿਕਲਿਆ ਹੈ ਛੋਟਾ ਦਰਿਆ। ਐਤਵਾਰ ਨਾ ਲੰਘੇ ਪਾਰ ਮਤੇ ਜਿੱਤੀ ਬਾਜ਼ੀ ਆਵੋ ਹਾਰ। ਦਿਨਾਂ ਦੇ ਚੰਗੇ ਮਾੜੇ ਪ੍ਰਭਾਵ ਡੰਗਰਾਂ ਦੀ ਖਰੀਦੋ ਫਰੋਖਤ ਦੇ ਸੌਦਿਆਂ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਮੰਗਲ ਧੋਰੀ ਵਰਜੀਏ, ਬੁੱਧ ਵਰਜੀਏ ਗਾਏ, ਸ਼ੁੱਕਰ ਘੋੜੀ ਵਰਜੀਏ, ਭੈ ਸ਼ਨਿਚਰ ਵਾਰ। 7 ਦਿਨਾਂ ਤੋਂ ਇਲਾਵਾ ਕੁਝ ਦਿਨ ਹੋਰ ਵੀ ਹਨ ਜਿਨ੍ਹਾਂ ਦੀ ਮਹੱਤਤਾ ਅਤੇ ਉਹਨਾਂ ਬਾਰੇ ਵਹਿਮ ਭਰਮ ਵਿਲੱਖਣ ਹਨ। ਜਿਵੇਂ ਲੋਹੜੀ ਤੋਂ ਦੂਜਾ ਦਿਨ ਬਾਹੀ ਤੇ ਤੀਜਾ ਦਿਨ ਤੇਹੀ ਕਿਹਾ ਜਾਂਦਾ ਹੈ। ਇਹਨਾਂ ਬਾਰੇ ਵਿਸ਼ਵਾਸ ਹੈ ਕਿ ਕਿਸੇ ਨੂੰ ਰਿਸ਼ਤੇਦਾਰ ਦੇ ਘਰ ਨਹੀਂ ਜਾਣਾ ਚਾਹੀਦਾ। ਜੇ ਇਸ ਦਿਨ ਅਗਲੇ ਦੇ ਮੰਜੇ ਦੀ ਦੱਬੀ ਬਾਹੀ ਭਾਵ ਮੰਜੇ ਉੱਤੇ ਬੈਠ ਜਾਵੇ ਤਾਂ ਉਸ ਦੇ ਘਰ ਫਿਰ ਸਾਰਾ ਸਾਲ ਪ੍ਰਾਹੁਣੇ ਆਉਂਦੇ ਰਹਿੰਦੇ ਹਨ। ਇਉਂ ਵੱਡੇ ਵੱਡੇ ਤਿਉਹਾਰਾਂ ਵਾਲੇ ਦਿਨਾਂ ਦੇ ਵੀ ਖਾਸ ਵਿਚਾਰ ਹਨ। ਹੋਲੀ, ਲੋਹੜੀ, ਦੀਵਾਲੀ ਜੇ ਕਿਧਰੇ ਮੰਗਲਵਾਰੀ ਹੋਵੇ ਤਾਂ ਪਿੰਡ ਦੀਆਂ ਸਿਆਣੀਆਂ ਬੁੜੀਆਂ ਜਦੋਂ ਪਤਾ ਲੱਗੇ ਉਦੋਂ ਹੀ ਕੁੜੀ ਦੱਬ ਕੇ ਆਇਆਂ ਵਾਂਗ ਅਫਸੋਸੇ ਜਿਹੇ ਮੂੰਹ ਬਣਾ ਬਣਾ ਕੇ ਗੱਲਾਂ ਕਰਨ ਲੱਗ ਜਾਂਦੀਆਂ ਹਨ ਕਿ ਐਤਕੀ ਤਾਂ ਪਤਾ ਨਹੀਂ ਪ੍ਰਿਥਵੀ ਉੱਤੇ ਕੀ ਭਾਰ ਹੈ। ਸਾਰੇ ਤਿੱਥ ਤਿਉਹਾਰ ਮੰਗਲਵਾਰ ਹੀ ਆ ਰਹੇ ਹਨ। ਹੋਲੀ, ਲੋਹੜੀ ਅਤੇ ਦੀਵਾਲੀ ਮੰਗਲਵਾਰੀ ਹੋਏ। ਚਰਕ ਚੜ੍ਹੇ ਕਿ ਪ੍ਰਿਥਵੀ ਵਿਰਲਾ ਜੀਵੇ ਕੋਏ। ਜੇਠ ਦੀ 10ਵੀਂ ਜੇ ਸ਼ਨਿਚਰਵਾਰੀ ਆ ਜਾਏ ਤਾਂ ਵੀ ਖੈਰ ਨਹੀਂ ਸਮਝੀ ਜਾਂਦੀ। ਕਹਿੰਦੇ ਹਨ ਉਸ ਵਰੇ ਜ਼ਰੂਰ ਕਾਲ ਪੈਂਦਾ ਹੈ। ਜੇਠ ਦੀ 10ਵੀਂ ਜੇ ਸ਼ਨਿਚਰ ਹੋਏ, ਪਾਣੀ ਹੋਏ ਨਾ ਧਰਤ ਪਰ ਵਿਰਲਾ ਜੀਵੇ ਕੋਈ। ਜੇ ਗੱਲ ਕੁਝ ਹੋਰਵੇਂ ਹੋਏ ਜਿਵੇਂ ਆਖਦੇ ਹਨ ਸ਼ੁੱਕਰ ਉੱਠੇ ਬੱਦਲੀ ਕਰੇ ਸ਼ਨਿਚਰ ਛਾਂ, ਭੱਠ ਕਹੇ ਸੁਣ ਭੱਠਣੀ ਬਰਸੇ ਬਾਝ ਨਾ ਜਾ। ਫਿਰ ਤਾਂ ਵਰਿਆਂ ਦੇ ਕਾਲ ਦੂਰ ਹੋ ਜਾਂਦੇ ਹਨ, ਅੰਨ ਧਨ ਬਹੁਤ ਉਪਜਦੇ ਹਨ। ਡੰਗਰਾਂ ਬਾਰੇ ਵਿਸ਼ਵਾਸ। ਡੰਗਰਾਂ ਬਾਰੇ ਵਹਿਮੀਆਂ ਭਰਮੀਆਂ ਦੀਆਂ ਸਹਿ ਸਿਆਣਪਾਂ ਦਾ ਚੱਕਰ ਵੱਖਰਾ ਚੱਲਦਾ ਹੈ। ਕਹਿੰਦੇ ਕਾਲੇ ਰੰਗ ਦੀ ਕਪਲਾ ਗਊ ਇੱਕ ਦਿਨ ਵੀ ਭਲੇ ਘਰ ਰੱਖਣੀ ਚੰਗੀ ਨਹੀਂ। ਛੇਤੀ ਬ੍ਰਾਹਮਣਾਂ ਨੂੰ ਪੁੰਨ ਕਰ ਦੇਣੀ ਚਾਹੀਦੀ ਹੈ। ਜੇ ਥਣ ਤੇ ਲਿਓਟੀ ਕਾਲੀ ਨਾ ਹੋਵੇ ਜਾਂ ਫਿਰ ਉਤਨੀ ਕਸਰਬੰਦੀ ਨਹੀਂ ਰਹਿੰਦੀ। ਭਾਦੋ ਦੇ ਮਹੀਨੇ ਸੂਈ ਕਾਂ ਹਾਨੀਕਾਰਕ ਮੰਨੀ ਜਾਂਦੀ ਹੈ। ਕੀ ਪਤਾ ਇਸ ਦਾ ਗ੍ਰਹਿ ਕਿਸ ਜੀਅ ਉੱਤੇ ਪਵੇ, ਪਰ ਜੇ ਬ੍ਰਾਹਮਣ ਨੂੰ ਪੁੰਨ ਕਰ ਦੇਵੇ ਫਿਰ ਔਧ ਟਲ ਜਾਂਦੀ ਹੈ। ਬ੍ਰਾਹਮਣ ਨਾ ਹੋਇਆ ਲੋਕਾਂ ਦੇ ਕੁਸ਼ਗਨਾਂ ਦੇ ਕਾਲੇ ਸਿਆਹ ਲੇਖਾਂ ਲਈ ਸਿਆਹੀ ਚੱਟ ਹੋਇਆ। 5 ਕਲਿਆਣੀ ਮੈਂ ਜਿਸ ਦੇ ਚਾਰੇ ਖੁਰ ਚਿੱਟੇ ਤੇ ਮੱਥੇ ਉੱਤੇ ਚਟਾਕ ਹੋਵੇ ਭਾਗਾਂ ਵਾਲੀ ਸੁਲੱਖਣੀ ਮੰਨੀ ਜਾਂਦੀ ਹੈ। ਜੇ ਕਾਲੇ ਰੰਗ ਦੀ ਮੈਂ ਦੀ ਪੂੰਛ ਦਾ ਚੌਰ ਵੀ ਕਾਲਾ ਹੋਵੇ ਅਖੇ ਉਸ ਘਰ ਵਿੱਚ ਵਾਧਾ ਨਹੀਂ ਹੁੰਦਾ, ਘਾਤੀ ਹੁੰਦੀ ਹੈ। ਜੇ ਘੋੜੀ ਦੇ ਮੱਥੇ ਉੱਤੇ ਚਿੱਟਾ ਚਟਾਕ ਹੋਵੇ ਤਾਂ ਤਾਰੇ ਵਾਲਾ ਘੋੜਾ ਲੈ ਡੁੱਬੇਗਾ ਬੋਤਾ। ਸਾਰੀ ਕੁੱਲ ਲਈ ਨੁਕਸਾਨ ਬੰਦਾ ਸਮਝਿਆ ਜਾਂਦਾ ਹੈ। ਪਸ਼ੂ ਖਰੀਦਣ ਵੇਲੇ ਚੱਲ ਰਹੇ ਸੌਦੇ ਦੀ ਚਰਚਾ ਸਮੇਂ ਗੋਹਾ ਕਰੇ ਤਾਂ ਚੰਗਾ, ਮੂਤ ਦੇਵੇ ਤਾਂ ਮਾੜਾ ਹੁੰਦਾ ਹੈ। ਲਵੇਰਾ ਖਰੀਦਣ ਵੇਲੇ ਭਰੇ ਥਣੀ ਘਰੇ ਲਿਆਉਣਾ ਲਾਭਕਾਰੀ ਸਮਝਿਆ ਜਾਂਦਾ ਹੈ। ਨਵੇਂ ਖਰੀਦੇ ਪਸ਼ੂ ਨੂੰ ਘਰ ਲਿਆ ਕੇ ਸਭ ਤੋਂ ਪਹਿਲਾਂ ਕਾਸ਼ੀ ਦੇ ਭਾਂਡੇ, ਛੰਨੇ ਜਾਂ ਥਾਲੀ ਵਿੱਚ ਚਾਂਦੀ ਦਾ ਕੋਈ ਗਹਿਣਾ ਪਾ ਕੇ ਸੁੰਘਾਇਆ ਜਾਂਦਾ ਹੈ। ਨਾਲ ਹੀ ਪਸ਼ੂ ਦੇ ਮੂਹਰੇ ਛੋਲੇ ਰੱਖ ਦਿੱਤੇ ਜਾਂਦੇ ਹਨ ਤਾਂ ਪਸ਼ੂ ਛੋਲਿਆਂ ਦੇ ਲਾਲਚ ਹੀ ਚਾਂਦੀ ਨੂੰ ਮੂੰਹ ਮਾਰ ਲਵੇ। ਪਹਿਲਾਂ ਛੋਲੇ ਪਾਉਣੇ ਅਖੇ ਊਂ ਵੀ ਚੰਗੇ ਹੁੰਦੇ ਹਨ। ਇਉਂ ਸਾਉਣ ਦੇ ਮਹੀਨੇ ਘੋੜੀ, ਮਾਘ ਵਿੱਚ ਮੈਂ, ਭਾਦੋ ਵਿੱਚ ਸੂਈ ਕਾਂ ਘਰ ਵਿੱਚ ਰੱਖਣੀ ਕਿਸੇ ਤਰ੍ਹਾਂ ਵੀ ਚੰਗੀ ਨਹੀਂ ਹੁੰਦੀ। ਜਿਨ੍ਹਾਂ ਨੂੰ ਵੇਚ ਦਿੱਤੀ ਜਾਂਦੀ ਹੈ ਉਹਨਾਂ ਨੂੰ ਜੇ ਪਤਾ ਨਾ ਹੋਵੇ ਤਾਂ ਕੋਈ ਡਰ ਨਹੀਂ ਹੁੰਦਾ, ਨਹੀਂ ਤਾਂ ਉਹਨਾਂ ਦੇ ਵੀ ਜਾ ਕੇ ਕਿਸੇ ਜੀਅ ਦਾ ਸਿਰ ਲੈਂਦੀਆਂ ਹਨ। ਊਠ, ਮੈਂ, ਗਾਂ, ਬਲਦ ਕਿੱਲੇ 'ਤੇ ਬੰਨਿਆ ਭਾਵ ਹਿਲਦਾ ਰਹੇ ਜਾਂ ਸਿੰਗਾਂ ਨਾਲ ਕਿੱਲਾ ਠਕੋਰੇ, ਕਿੱਲੇ ਨਾਲ ਮਤਲਬ ਸਿਰ ਮਾਰੇ ਤਾਂ ਸਿਆਣੇ ਝੱਟ ਵੇਚ ਦਿੰਦੇ ਹਨ। ਕਹਿੰਦੇ ਅਜਿਹੇ ਡੰਗਰ
ਦਾ ਕਿੱਲੇ ਨਾਲ ਵੈਰ ਹੁੰਦਾ ਹੈ। ਖਬਰੇ ਕਦੋਂ ਕਿੱਲਾ ਸੁੰਨਾ ਕਰ ਜਾਵੇ। ਪਰ ਜੇ ਕਿੱਲੇ ਜੱਟ ਦਾ ਹੋਵੇ ਤਾਂ ਉਸਨੂੰ ਚੰਗਾ ਮੰਨਿਆ ਜਾਂਦਾ ਹੈ ਵੀ ਕਿੱਲੇ ਨੂੰ ਪਿਆਰ ਕਰਦਾ ਹੈ। ਸੇਹ ਦਾ ਤਕੜਾ ਕਿਸੇ ਦੇ ਘਰ ਕੋਈ ਸੁੱਟ ਜਾਵੇ ਤਾਂ ਮਨੁੱਖ ਦੇ ਸਿਰ ਦੇ ਵਾਲ, ਊਠ ਦੇ ਪੈਰ ਦੀ ਹੱਡੀ ਕਿਸੇ ਦੀ ਸਾਬਤ ਜਾਂ ਵਿਹੜੇ ਵਿੱਚ ਦੱਬ ਜਾਵੇ, ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਸ ਘਰੋਂ ਲੜਾਈ ਕਦੇ ਨਹੀਂ ਜਾਂਦੀ। ਕਿਸੇ ਨੂੰ ਸੱਪ ਲੜ ਜਾਂਦਾ ਹੈ ਤਾਂ ਸੱਪ ਲੜਿਆ ਨਹੀਂ ਕਿਹਾ ਜਾਂਦਾ, ਸਗੋਂ ਉਸ ਨੂੰ ਮਿਹਰ ਹੋਈ ਜਾਂ ਕੀੜਾ ਡੱਸਿਆ ਆਖਦੇ ਹਨ। ਅੱਗੇ ਸੱਪ ਲੜਿਆ ਕਹਿਣ ਨਾਲ ਵਿਉ ਵਧੇਰੇ ਚੜ੍ਹਦੀ ਹੈ ਤੇ ਗੁੱਗਾ ਪੀਰ ਗੁੱਸੇ ਹੋ ਕੇ ਜਾਨੋਂ ਹੀ ਕੱਢ ਦਿੰਦਾ ਹੈ। ਗੁੱਗੇ ਦੀ ਚੌਂਕੀ ਭਰਨੀ ਗੁੱਗਾ ਨੌਮੀ ਤੇ ਅਨੰਤ ਚੌਦਸ ਨੂੰ ਗੁੱਗੇ ਦੀ ਮਾੜੀ ਤੇ ਜਾ ਕੇ ਮਿੱਟੀ ਕੱਢਣੀ ਗੁੱਗੇ ਨੂੰ ਖੁਸ਼ ਰੱਖਣ ਲਈ ਇੰਨੀ ਕੁ ਸਾਧਨਾ ਜ਼ਰੂਰੀ ਹੈ। ਜੇ ਗੁੱਗੇ ਦੀ ਮਾੜੀ ਦੂਰ ਹੋਣ ਕਾਰਨ ਉੱਤੇ ਨਾ ਜਾਇਆ ਜਾ ਸਕੇ ਤਾਂ ਪਿੰਡ ਨੇੜੇ ਲੱਗਦੀ ਕਿਸੇ ਉੱਚੀ ਦੈੜ ਉੱਤੇ ਮੂੰਹ ਹਨੇਰੀ ਮਿੱਟੀ ਕੱਢ ਕੇ ਮਨ ਦਾ ਬੋਝ ਲਾ ਆਉਂਦੇ ਹਨ। ਜਿਸ ਡੰਗਰ ਜਾਂ ਬੰਦੇ ਨੂੰ ਇਸ ਵਰੇ ਸੱਪ ਲੜਿਆ ਹੋਵੇ ਉਸਨੂੰ ਗੁੱਗੇ ਦੀ ਮਾੜੀ ਉੱਤੇ ਲਿਜਾ ਕੇ ਚੌਂਕੀ ਭਰਵਾਈ ਜਾਂਦੀ ਹੈ। ਕਈ ਗੁੱਗੇ ਭਗਤ ਕਿ ਆਉਂਦੇ ਵਰੇ ਗੁੱਗਾ ਪੀਰ ਸੁੱਖ ਰੱਖੇਗਾ ਪੇਸ਼ਕੀ ਹੀ ਚੌਂਕੀ ਭਰ ਆਉਂਦੇ ਹਨ। ਜੇ ਸੱਪ ਸਲੂੰਡੀ ਤੋਂ ਵਰਾ ਚੰਗਾ ਨਿਕਲ ਜਾਵੇ ਤਾਂ ਇਸ ਚੌਂਕੀ ਭਰੀ ਦਾ ਫਲ ਸਮਝ ਕੇ ਹਿਸਾਬ ਜਮ੍ਹਾਂ ਖਰਚ ਕਰਕੇ ਬਰਾਬਰ ਹੋ ਜਾਂਦਾ ਹੈ। ਕਹਿੰਦੇ ਧਰਤੀ ਵਿੱਚ ਭੈੜਿਆਂ ਜੀਵਾਂ ਦੀ ਕੀ ਟੋਟ ਹੈ। ਜੇ ਗੁੱਗੇ ਦੀ ਚੌਂਕੀ ਭਰੀ ਸੀ ਤਾਂ ਹੀ ਸਾਲ ਲੰਘ ਗਿਆ। ਕੁਦਰਤੀ ਆਫਤਾਂ ਬਾਰੇ ਵਿਸ਼ਵਾਸ। ਅਸਮਾਨ ਉੱਤੇ ਬਿਜਲੀ ਕੜਕਦੀ ਹੋਵੇ, ਸਿਆਣੀਆਂ ਬੁੜੀਆਂ ਮਾਮੇ ਭਾਣਜੇ ਨੂੰ ਝੱਟ ਵੱਖ ਕਰ ਦਿੰਦੀਆਂ ਹਨ। ਖਿਆਲ ਹੈ ਕਿ ਮਾਮੇ ਭਾਣਜੇ ਉੱਤੇ ਬਿਜਲੀ ਮੱਲੋ ਜੋਰੀ ਡਿੱਗਦੀ ਹੈ। ਹਾਲਾਂਕਿ ਇਹ ਘਟਨਾ ਕਿਸੇ ਨੇ ਕਿਧਰੇ ਵਰਤੀ ਸੁਣੀ ਜਾਂ ਦੇਖੀ ਘੱਟ ਹੀ ਹੋਵੇਗੀ। ਬਿਜਲੀ ਦੇ ਡਿੱਗਣ ਤੇ ਬਣਨ ਬਾਰੇ ਪੌਰਾਣਿਕ ਕਹਾਣੀ ਇਉਂ ਦੱਸੀ ਜਾਂਦੀ ਹੈ ਕਿ ਬਿਜਲੀ ਇੱਕ ਕੁੜੀ ਸੀ ਜੋ ਅਸਮਾਨ ਉੱਤੇ ਭੱਜੀ ਫਿਰਦੀ ਹੈ। ਕਹਿੰਦੇ ਕ੍ਰਿਸ਼ਨ ਜੀ ਦੇ ਮਾਮੇ ਕੰਸ ਨੂੰ ਜੋਤਸ਼ੀਆਂ ਨੇ ਦੱਸਿਆ ਹੋਇਆ ਸੀ ਕਿ ਤੇਰਾ ਰਾਜ ਖੋਹਣ ਵਾਲਾ ਤੇਰੀ ਭੈਣ ਦੇ ਕੁੱਖੋਂ ਹੀ ਪੈਦਾ ਹੋਵੇਗਾ। ਇਸ ਲਈ ਕੰਸ ਆਪਣੀ ਭੈਣ ਦੇ ਜੰਮਦੇ ਬੱਚੇ ਨੂੰ ਮਰਵਾ ਦਿੰਦਾ ਸੀ। ਜਦੋਂ ਕ੍ਰਿਸ਼ਨ ਜੀ ਜੰਮੇ ਤਾਂ ਉਹਨਾਂ ਦੀ ਥਾਂ ਪੰਘੂੜੇ ਵਿੱਚ ਇੱਕ ਕੁੜੀ ਵਟਾ ਕੇ ਰੱਖ ਦਿੱਤੀ ਤੇ ਕ੍ਰਿਸ਼ਨ ਜੀ ਨੂੰ ਲੁਕੋ ਕੇ ਕਿਧਰੇ ਹੋਰ ਲਿਜਾਇਆ ਗਿਆ। ਪਰ ਕੰਸ ਕ੍ਰਿਸ਼ਨ ਜੀ ਨਾਲ ਵਟਾਈ ਕੁੜੀ ਦਾ ਜਿਉਂਦਾ ਰਹਿਣਾ ਵੀ ਨਹੀਂ ਝੱਲ ਸਕਦਾ ਸੀ। ਉਸਨੇ ਜਲਾਦਾਂ ਨੂੰ ਕਿਹਾ ਕਿ ਇਸ ਕੁੜੀ ਨੂੰ ਪਟਕਾ ਕੇ ਮਾਰ ਦਿਓ। ਜਦੋਂ ਜਲਾਦਾਂ ਨੇ ਕੁੜੀ ਦੇ ਪੈਰ ਫੜ ਕੇ ਉਸਨੂੰ ਪਟਕਾਉਣ ਲਈ ਸਿਰ ਉੱਤੋਂ ਦੀ ਘੁਮਾਇਆ ਤਾਂ ਉਹ ਹੱਥਾਂ ਵਿੱਚੋਂ ਛੁੱਟ ਕੇ ਕਰੜ ਕਰੜ ਕਰਦੀ ਅਸਮਾਨ ਉੱਤੇ ਜਾ ਚੜ੍ਹੀ। ਹੁਣ ਜਦੋਂ ਬੱਦਲ ਗੱਜਦਾ ਹੈ ਤਾਂ ਅਸਮਾਨ ਉੱਤੇ ਉਹ ਭੱਜੀ ਫਿਰਦੀ ਰਹਿੰਦੀ ਹੈ। ਕ੍ਰਿਸ਼ਨ ਦਾ ਰੰਗ ਇਉਂ ਸਾਂਵਲਾ ਸੀ, ਇਸ ਲਈ ਤਾਂ ਇਸ ਕਰਕੇ ਕਾਲੇ ਰੰਗ 'ਤੇ ਵਧੇਰੇ ਪੈਂਦੀ ਹੈ। ਦੂਜਾ ਕ੍ਰਿਸ਼ਨ ਤੇ ਕੰਸ ਮਾਮਾ ਭਾਣਜਾ ਸਨ। ਜਿੱਥੇ ਵੀ ਭਾਣਜੇ ਕੋਲ ਮਾਮਾ ਖੜਾ ਦੇਖਦੀ ਹੈ ਤਾਂ ਉਸ ਵੇਲੇ ਕੰਸ ਪ੍ਰਤੀ ਵੈਰ ਜਾਗ ਪੈਂਦਾ ਹੈ ਤਾਂ ਉਸ ਉੱਤੇ ਆ ਕੇ ਕੜਕਦੀ ਹੈ। ਖੂਬ ਕਥਾ ਰਚੀ ਹੋਈ ਹੈ ਜਿਵੇਂ ਕ੍ਰਿਸ਼ਨ ਜੀ ਤੋਂ ਪਹਿਲਾਂ ਬਿਜਲੀ ਕੜਕਦੀ ਨਹੀਂ ਹੋਵੇਗੀ। ਦੁਸ਼ਹਿਰੇ ਵਾਲੇ ਦਿਨ ਗਰੜ ਦਾ ਦਿਸਣਾ ਵਰਾ ਚੰਗਾ ਚੜ੍ਹਨ ਦਾ ਸ਼ੁਭ ਸ਼ਗਨ ਮੰਨਿਆ ਜਾਂਦਾ ਹੈ। ਕਹਿੰਦੇ ਗਰੜ ਉੱਤੇ ਆਪ ਭਗਵਾਨ ਸਵਾਰੀ ਕਰਦੇ ਰਹੇ ਹਨ। ਜਿਸ ਦੇ ਚੰਗੇ ਭਾਗ ਹੋਣ ਦਰਗਾਹ ਵਿੱਚ ਸੁਣੀ ਜਾਵੇ ਉਸ ਕੋਲ ਭਗਵਾਨ ਇਸ ਦਿਹਾੜੇ ਗਰੜ ਭੇਜਦੇ ਹਨ ਜਿਸ 'ਤੇ ਮਿਹਰਬਾਨ ਹੋਣ। ਪਿਛਲੇ ਵਰੇ ਮੈਨੂੰ ਵੀ ਦੁਸ਼ਹਿਰੇ ਵਾਲੇ ਦਿਨ ਦਰਸ਼ਨ ਹੋਏ ਸੀ ਕਿ ਇਸ ਵਰੇ ਇਹ ਰਚਨਾ ਦਾ ਲਿਖਿਆ ਜਾਣਾ ਚੰਗੀ ਗੱਲ ਨਹੀਂ। ਵਿਸਾਖੀ ਵਾਲਾ ਦਿਨ ਟੱਪ ਕੇ ਲੰਘੇ ਵਰਾ ਚੰਗਾ ਲੱਗਣ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ। ਜੇ ਬੱਦਲਵਾਈ ਰਹੇ ਤਾਂ ਢਿੱਲਾ, ਕਿਣਮਣ ਕਾਣੀ ਹੋ ਜਾਏ ਤਾਂ ਬੇੜਾ ਹੀ ਗਰਕ। ਮੀਂਹ ਪੈਣ ਵੇਲੇ ਕਾਕੜੇ ਭਾਵ ਗੜੇ ਪੈਣ ਤਾਂ ਉਹ ਮੰਤਰਾਂ ਨਾਲ ਠਾਕੇ ਜਾਂਦੇ ਹਨ। ਪਿੰਡਾਂ ਵਿੱਚ ਕਈ ਸਾਧੂਆਂ ਸੰਤਾਂ ਬਾਰੇ ਬੜੇ ਵਿਸ਼ਵਾਸ ਬੱਝੇ ਹੁੰਦੇ ਹਨ। ਇਹ ਬੜੇ ਕਲਾਕਾਰੀ ਹੁੰਦੇ ਹਨ। ਜਦੋਂ ਪਹਿਲਾ ਕਾਕੜਾ ਪੈਣਾ ਉਹਨਾਂ ਨੇ ਹਰੇ ਹਰੇ ਕਰਕੇ ਕੁਠੀਆ ਬਾਹਰ ਨਿਕਲਣਾ ਤੇ ਇੱਕ ਕਾਕੜੇ ਨੂੰ ਉਠਾ ਕੇ ਧਾਗੇ ਨਾਲ ਬੰਨ੍ਹ ਕੇ ਅਸਮਾਨ ਵੱਲ ਨੂੰ ਸੁੱਟ ਦੇਣਾ। ਬਸ ਉਦੋਂ ਹੀ ਔਲੇ ਗੜੇ ਵਰਨੇ ਬੰਦ ਹੋ ਜਾਣੇ। ਸਾਧ ਦੀ ਇਸ ਕਰਾਮਾਤ ਦੀ ਚਰਚਾ ਕਾਰਨ ਵਰਾ ਪਰ ਚੰਗਾ ਟਹਿਲ ਸੇਵਾ ਹੁੰਦੀ ਰਹਿਣੀ। ਬਈ ਕੀ ਪਤਾ ਕਾਕੜੇ ਕਦੋਂ ਆ ਵਰਨ ਤੇ ਸਾਧੂ ਦੀ ਰਿਜ਼ਰਵ ਸ਼ਕਤੀ ਦੀ ਕਦੋਂ ਲੋੜ ਪੈ ਜਾਵੇ। ਆਹਣ ਦੇ ਦਿਲਾਂ ਲਈ ਵੀ ਵਿਸ਼ਵਾਸ ਹੈ। ਸੰਤ ਜੀ ਅਜਿਹੇ ਮੰਤਰ ਪੜ੍ਹਦੇ ਹਨ ਪਿੰਡ ਦੀ ਜੂਹੋਂ ਭਜਾ ਦਿੰਦੇ ਹਨ। ਅਖੇ ਕਰਨੀ ਵਾਲਾ ਸਾਧ ਤਾਂ ਪਿੰਡ ਵਿੱਚ ਹੈ ਜਿਹੜਾ ਆਪਣੇ ਮੰਤਰ ਨਾਲ ਠਾਕ ਪਾ ਦੇਵੇਗਾ। ਇਹੋ ਜਿਹੇ ਸਾਧੂਆਂ ਵਿੱਚ ਖਬਰੇ ਕਿੰਨੀਆਂ ਕੁ ਕਰਾਮਾਤਾਂ ਹੁੰਦੀਆਂ ਹਨ ਭਾਈ। ਇਹਨਾਂ ਦੀ ਟਹਿਲ ਸੇਵਾ ਹੀ ਕਰਨੀ ਠੀਕ ਹੁੰਦੀ ਹੈ। ਇਹ ਯਕੀਨ ਦੁਹਰਾਉਂਦੇ ਰਹਿਣਾ ਭਲਾ ਹੈ। ਟਿੱਡੀ ਦਲਾਂ ਨੂੰ ਠੱਲਣ ਵਾਲੇ ਤਰੀਕੇ ਘੁਮਿਆਰ ਦੁਆਰਾ ਕਢਾਉਣ ਵਾਲੇ ਵਿਸ਼ਵਾਸ ਆਸ਼ਕਾਂ ਤੇ ਮਸ਼ੂਕਾਂ ਦੇ ਦਿਲ ਵਸ਼ ਕਰਨ ਦੇ ਨੁਕਸੇ ਵੀ ਲੋਕਾਂ ਦੇ ਬਣਾਏ ਹੋਏ ਹਨ। ਕਈ ਚਤੁਰ ਲੋਕ ਜਵਾਨ ਮੁੰਡਿਆਂ ਦੇ ਸਿਰ ਚੜ੍ਹ ਕੇ ਇਸ਼ਕ ਦੇ ਭੂਤ ਤੋਂ ਚੰਗੇ ਲਾਭ ਕਮਾਉਂਦੇ ਹਨ। ਅਖੇ
ਉੱਲੂ ਦਾ ਮਾਸ ਮਸ਼ੂਕ ਨੂੰ ਖਵਾਓ। ਫਿਰ ਆਸ਼ਕ ਉਸਦੇ ਮਨ ਵਿੱਚ ਮੱਲੋ ਜ਼ੋਰੀ ਵਸ ਜਾਂਦਾ ਹੈ। ਉੱਲੂ ਨੂੰ ਮਾਰ ਕੇ ਉਸਦੀ ਸੱਜੀ ਅੱਖ ਦੀ ਰਾਖ ਸਾੜ ਕੇ ਜਿਸ ਇਸਤਰੀ 'ਤੇ ਮਰਜ਼ੀ ਸੁੱਟੋ, ਭਾਵੇਂ ਉੱਡਣ ਪਰੀ ਕਿਉਂ ਨਾ ਹੋਵੇ, ਉਹ ਤੁਹਾਡੇ ਮਗਰ ਭੱਜੀ ਨਾ ਫਿਰੇ। ਮੰਤਰ ਯੰਤਰ ਕਿਤੇ ਐਵੇਂ ਹੁੰਦੇ ਨੇ। ਇਹਨਾਂ ਦੀ ਸਾਧਨਾ ਨਾਲ ਲੋਕਾਂ ਨੇ ਬਥੇਰੇ ਵੱਡੇ ਦਿਓ ਵਸ ਕੀਤੇ ਹੁੰਦੇ ਹਨ। ਵਿਸ਼ਵਾਸੀ ਕਹਿੰਦੇ ਹਨ, ਅੰਧ ਵਿਸ਼ਵਾਸੀ ਮੰਨਦੇ ਹਨ। ਇਸਤਰੀਆਂ ਖਸਮਾਂ ਨੂੰ ਵਸੀ ਕਰਨ ਲਈ ਧਾਗੇ, ਤਵੀਤ ਅਤੇ ਮੰਤਰ ਪੜ੍ਹਾ ਕੇ ਪਾਣੀ ਵਿੱਚ ਘੋਲ ਘੋਲ ਕੇ ਪਿਆਉਂਦੀਆਂ ਰਹਿੰਦੀਆਂ ਹਨ ਤਾਂ ਜੋ ਪਤੀ ਉਹਨਾਂ ਦੇ ਵਸ ਵਿੱਚ ਰਹੇ। ਕਈ ਵਾਰੀ ਕੋਈ ਅਜਿਹੀ ਕੱਚੀ ਭੁੰਨੀ ਚੀਜ਼ ਵੀ ਖਵਾ ਬੈਠਦੀਆਂ ਹਨ ਕਿ ਪਤੀ ਨੂੰ ਵਸ ਕਰਦਿਆਂ ਕਰਦਿਆਂ ਰੰਡੀਆਂ ਹੀ ਹੋ ਬਹਿੰਦੀਆਂ ਹਨ। ਕਈ ਮਨ ਚਲੀਆਂ ਘਰ ਵਾਲੇ ਨੂੰ ਜਾਣ ਬੁੱਝ ਕੇ ਪਾਰ ਬੁਲਾਉਂਦੀਆਂ ਹਨ ਤਾਂ ਜੋ ਉਹਨਾਂ ਦੀ ਐਸ਼ ਇਸ਼ਰਤ ਦੇ ਰਾਹ ਵਿੱਚ ਅੜਿੱਕਾ ਸਾਫ਼ ਹੋ ਜਾਵੇ। ਉੱਲੂ ਦਿਨੇ ਦਿਸੇ ਤਾਂ ਮਾੜਾ ਮੰਨਿਆ ਜਾਂਦਾ ਹੈ, ਰਾਤ ਨੂੰ ਦਿਸੇ ਤਾਂ ਚੰਗਾ। ਕਹਿੰਦੇ ਇਸ ਦੇ ਆਪਣੇ ਹੀ ਖੰਭ ਨਹੀਂ, ਪੰਛੀਆਂ ਤੋਂ ਮੰਗਵੇਂ ਖੰਭ ਲਏ ਹੁੰਦੇ ਹਨ, ਇਸ ਲਈ ਦਿਨੇ ਇਸ ਨੂੰ ਖੰਭਾਂ ਵਾਲੇ ਪੰਛੀ ਦੇਖ ਨਹੀਂ ਸਿਖਾਉਂਦੇ। ਇਸ ਕਰਕੇ ਇਹ ਰਾਤ ਨੂੰ ਹੀ ਬਾਹਰ ਨਿਕਲਦਾ ਹੈ। ਰਾਤਾਂ ਨੂੰ ਬਿੱਲੀ ਦਾ ਬੋਲਣਾ ਮਾੜਾ ਸਮਝਦੇ ਹਨ। ਇਹਨਾਂ ਲੋਕਾਂ ਦੇ ਵਿਚਾਰ ਸ਼ਾਸਤਰ ਅਨੁਸਾਰ ਬਿੱਲੀ ਮਾਰਨੀ ਮਹਾਂਪਾਪ ਹੈ। ਵਿਚਾਰ ਹੈ ਕਿ ਬਿੱਲੀ ਮਾਰੀ ਦਾ ਪਾਪ 7 ਵਾਰੀ ਗੰਗਾ ਨਹਾਏ ਤੋਂ ਵੀ ਨਹੀਂ ਲਹਿੰਦਾ। ਇਸ ਲਈ ਜਦੋਂ ਕਿਸੇ ਤੋਂ ਕੋਈ ਅਣਹੋਣੀ ਗੱਲ ਮਨਾਈ ਜਾਂਦੀ ਹੋਵੇ ਤਾਂ ਆਖਿਆ ਜਾਂਦਾ ਹੈ, ਮੈਥੋਂ ਕੀ ਬਿੱਲੀ ਮਾਰੀ ਗਈ। ਕਹਿੰਦੇ ਹਨ ਇਹ ਆਪਣੇ ਬਲੂੰਗੜੇ 7 ਦੇਲੀਆਂ ਟਪਾ ਕੇ ਫਿਰ ਉਹਨਾਂ ਦਾ ਸਾਥ ਛੱਡਦੀ ਹੈ। ਇਤਨੇ ਚਿਰ ਵਿੱਚ ਉਹਨਾਂ ਬੱਚਿਆਂ ਦੀ ਦੜੰਗੇ ਮਾਰਨ ਦੀ ਪ੍ਰੈਕਟਿਸ ਹੋ ਜਾਂਦੀ ਹੈ। ਗਧੀ ਨੂੰ ਹੱਥ ਲਾਉਣਾ ਬਹੁਤ ਮਾੜਾ ਸਮਝਿਆ ਜਾਂਦਾ ਹੈ, ਗੰਦ ਚੋਂ ਖਾਂਦੀ ਹੈ। ਅਖਾਣ ਹੈ, ਮੈਂ ਗੱਲ ਕਿਉਂ ਕਰਾਂ, ਮੈਥੋਂ ਕਿਹੜਾ ਗਧੀ ਨੂੰ ਹੱਥ ਲੱਗ ਗਿਆ। ਅੱਜ ਕੱਲ੍ਹ ਤਾਂ ਇਹ ਵਹਿਮ ਹਟ ਗਿਆ। ਰਾਤਾਂ ਨੂੰ ਕੁੱਤਿਆਂ ਦਾ ਚਾਂਗਰਾ ਮਾਰਨਾ ਪਿੰਡ ਵਿੱਚ ਕਿਸੇ ਜੀਅ ਦੇ ਨੁਕਸਾਨ ਹੋਣ ਦਾ ਸੰਕੇਤ ਮੰਨਿਆ ਜਾਂਦਾ ਹੈ। ਕਹਿੰਦੇ ਹਨ ਪਿੰਡ ਵਿੱਚ ਜਿਨ੍ਹਾਂ ਜੀਆਂ ਨੂੰ ਲਿਜਾਣਾ ਹੁੰਦਾ ਹੈ ਉਹਨਾਂ ਨੂੰ ਅਜ਼ਰਾਈਲ ਭਾਵ ਮੌਤ ਦੇ ਫਰਿਸ਼ਤੇ ਲੱਭਦੇ ਫਿਰਦੇ ਕੁੱਤਿਆਂ ਨੂੰ ਦੂਰੋਂ ਹੀ ਦਿਸ ਪੈਂਦੇ ਹਨ। ਕੁੱਕੜੀ ਦਾ ਰਾਤ ਨੂੰ ਕੁੜਕਣਾ, ਕਾਵਾਂ ਦਾ ਕੁਰਲੀਆਂ ਕਰਨਾ ਭਿਆਨਕ ਹਾਲਤ ਵਾਪਰਨ ਦੇ ਸੂਚਕ ਹੁੰਦੇ ਹਨ। ਰਾਤੀ ਦੀਵਾ ਬੁਝਾਉਣ ਵੇਲੇ ਵਿਚਾਰ ਹੈ ਕਿ ਦੀਵਾ ਫੂਕ ਮਾਰ ਕੇ ਬੁਝਾਉਣਾ ਮਾੜਾ ਹੁੰਦਾ ਹੈ। ਦੀਵੇ ਦੀ ਬੱਤੀ ਥੱਲੇ ਨੂੰ ਖਿੱਚ ਦੇਣੀ ਚਾਹੀਦੀ ਹੈ, ਜਿਸ ਨੂੰ ਦੀਵਾ ਵੱਡਾ ਕਰਨਾ ਜਾਂ ਵਧਾਉਣਾ ਕਹਿੰਦੇ ਹਨ। ਕਈ ਸਿਆਣੀਆਂ ਬੁੜੀਆਂ ਦੀਵਾ ਬੁਝਾਉਣ ਵੇਲੇ ਇਹ ਟੱਪੇ ਵੀ ਆਖਦੀਆਂ ਹਨ ਤਾਂ ਜੋ ਆਉਣ ਵਾਲੀ ਰਾਤ ਸ਼ੁਭ ਸ਼ਗਨਾਂ ਵਾਲੀ ਹੋਵੇ। ਜਾ ਦੀਵਿਆ ਘਰ ਆਪਣੇ, ਤੇਰੀ ਮਾਂ ਉਡੀਕੇ ਰਾਹ, ਆਈ ਸਵੇਰ ਜਾਈ ਅਵੇਰੇ ਸੱਭੇ ਸ਼ਗਨ ਵਿਚਾਰ। ਜਾ ਦੀਵਿਆ ਘਰ ਆਪਣੇ, ਸੁੱਖ ਵਸਾਈ ਰਾਤ, ਰਿਜ਼ਕ ਲਿਆਈ ਬਾਲ ਕੇ, ਤੇਲ ਲਿਆਈ ਨਾਲ। ਰਾਤ ਨੂੰ ਆਉਣ ਵਾਲੇ ਸੁਪਨਿਆਂ ਬਾਰੇ ਕਈ ਤਰ੍ਹਾਂ ਦੇ ਤੱਤ ਕੱਢੇ ਗਏ ਹਨ। ਜੇ ਕੋਈ ਸੁਪਨਾ ਮਾੜਾ ਹੋਵੇ, ਕਿਸੇ ਚੀਜ਼ ਨੇ ਬੰਦਿਆਂ ਨੂੰ ਡਰਾਉਣਾ ਹੋਵੇ, ਸ਼ੇਰ ਬਘਿਆੜ ਜਾਂ ਸੱਪ ਦਿਸਿਆ ਹੋਵੇ ਤਾਂ ਉਹ ਚੰਗਾ ਮੰਨਿਆ ਜਾਂਦਾ ਹੈ। ਸੁਪਨੇ ਵਿੱਚ ਜੇ ਵੱਡੇ ਵਡੇਰਿਆਂ ਵਿੱਚੋਂ ਕਿਸੇ ਨਾਲ ਮੇਲ ਹੋ ਜਾਵੇ ਤਾਂ ਉਸ ਲਈ ਪੁੰਨ ਪਾਠ ਕਰਾਇਆ ਜਾਂਦਾ ਹੈ ਕਿ ਕਿਵੇਂ ਰੂਹਾਂ ਭਟਕਦੀਆਂ ਫਿਰਦਿਆਂ ਦੀ ਗਤੀ ਹੋਵੇ। ਕੋਈ ਚੀਜ਼ ਖਾਣ ਵੇਲੇ ਹੱਥੋਂ ਡਿੱਗ ਪਵੇ ਜਾਂ ਹੱਥ ਪੈਰ ਲੱਗਣ ਨਾਲ ਡੁੱਲ ਜਾਵੇ, ਵੱਡੇ ਵਡੇਰੇ ਭੁੱਖੇ ਹੋਣਗੇ ਕਹਿ ਕੇ ਰੁੜਿਆ ਖਰਬੂਜ਼ਾ ਪਿੱਤਰਾਂ ਦੇ ਹਵਾਲੇ ਦੇ ਅਖਾਣ ਅਨੁਸਾਰ ਵੱਡੇ ਵਡੇਰਿਆਂ ਦੇ ਲੇਖੇ ਲਾ ਦਿੱਤੇ ਜਾਂਦੇ ਹਨ। ਆਟਾ ਗੁੰਦਿਆਂ ਪ੍ਰਾਂਤ ਵਿੱਚੋਂ ਕੁਝ ਆਟਾ ਥਿੜਕ ਜਾਵੇ, ਬਨੇਰੇ ਉੱਤੇ ਕਾਂ ਕੁਰਲਾਉਂਦਾ ਹੋਵੇ, ਅੱਜ ਕੋਈ ਪ੍ਰਾਹੁਣਾ ਆਵੇਗਾ ਦੀ ਪੱਕੀ ਨਿਸ਼ਾਨੀ ਲਾਈ ਜਾਂਦੀ ਹੈ। ਕਾਲੇ ਕਾਵਾਂ ਨੂੰ ਚੂਰੀਆਂ ਪਾਉਣ ਦੇ ਲਾਰੇ ਲਾਏ ਜਾਂਦੇ ਹਨ। ਉੱਡ ਉੱਡ ਕਾਵਾਂ ਤੈਨੂੰ ਚੂਰੀ ਪਾਵਾਂ ਜੇ ਮੇਰਾ ਮਾਮਾ ਆਉਂਦਾ ਹੋਵੇ। ਰੋਟੀਆਂ ਪਕਾਉਣ ਪਿੱਛੋਂ ਤਵੇ ਦੀ ਪੁੱਠੇ ਪਾਸੇ ਲੱਗੀ ਸੁਆਹ ਚਿਣਗਾਂ ਛੱਡੇ ਤਾਂ ਕਿਹਾ ਜਾਂਦਾ ਹੈ ਕੋਈ ਦੋਖੀ ਚੁਗਲੀਆਂ ਕਰਦਾ ਹੈ। ਬੈਠੇ ਬੈਠੇ ਛਿੱਕਾ ਜਾਵੇ ਤਾਂ ਕਿਸੇ ਦੂਰ ਬੈਠੇ ਪਿਆਰੇ ਵੱਲੋਂ ਯਾਦ ਕਰਨ ਦਾ ਖਿਆਲ ਕੀਤਾ ਜਾਂਦਾ ਹੈ। ਇੱਕ ਬੀਬੀ ਨੂੰ ਬੱਸ ਵਿੱਚ ਛਿੱਕ ਆਈ ਤਾਂ ਉਸਨੇ ਕਿਹਾ ਮੇਰੀ ਮਾਂ ਯਾਦ ਕਰਦੀ ਹੈ। ਦੂਜੀ ਛਿੱਕ ਆਈ, ਬਾਪ ਦਾ ਨਾਮ ਲਿਆ। ਤੀਜੀ ਛਿੱਕ ਆਉਣ 'ਤੇ ਭਾਈ ਭਰਾਵਾਂ ਦੇ ਬੇਟੇ ਬੇਟੀਆਂ ਦਾ ਨਾਮ ਲਿਆ। ਜਦੋਂ ਛਿੱਕਾਂ ਆਉਣੋਂ ਨਾ ਹਟੀਆਂ ਤਾਂ ਕੋਲ ਬੈਠੇ ਮਰਾਸੀ ਨੇ ਕਿਹਾ, ਤੈਨੂੰ ਤਾਂ ਬੀਬੀ ਉਹ ਲੱਗਦਾ ਜਿਵੇਂ ਸਾਰਾ ਪਿੰਡ ਯਾਦ ਕਰਦਾ ਹੈ। ਚੰਦ ਵੇਖਣ ਵਾਲੇ ਕਈ ਬੁੱਢੇ ਬੁੱਢੀਆਂ ਚੰਦ ਦਾ ਨਾਂ ਨਹੀਂ ਲੈਂਦੀਆਂ, ਆਖਦੀਆਂ ਹਨ ਉੱਪਰਲਾ ਚੜ੍ਹਿਆ ਹੈ। ਚੰਦ ਚੜ੍ਹਨ ਦੀ ਪਹਿਲੀ ਲੋਕ ਆਰਤੀ ਇਉਂ ਉਤਾਰੀ ਜਾਂਦੀ ਹੈ, ਭਾਗੀ ਭਰਿਆ ਸੁੱਖ ਦਾ ਚੜ੍ਹੀ, ਖੈਰ ਦਾ ਚੜ੍ਹੀ, ਸਭ ਲੋਕਾਂ ਦਾ ਭਲਾ ਕਰੀ। ਚੱਕੀ ਉੱਤੇ ਛੋਟੇ ਜਵਾਕ ਜੇ ਖੇਡ ਖੇਡਣ ਜਾਂ ਬੈਠਣ ਤਾਂ ਸਵਾਣੀਆਂ ਝੱਟ ਰੌਲਾ ਪਾ ਦਿੰਦੀਆਂ ਹਨ, ਵੇ ਜੈ ਖਾਣਿਆ, ਨਾ ਮੇਰਾ ਪੁੱਤ, ਨਾ ਮੇਰੀ ਧੀ, ਉੱਠ ਛੇਤੀ ਫੋੜੇ ਨਿਕਲ ਆਉਣਗੇ। ਬੱਚੇ ਉਸ ਉਮਰ ਵਿੱਚ ਫੋੜੇ ਫਿੰਸਿਆਂ ਦੇ ਦੁੱਖ ਨੂੰ ਬਹੁਤ ਪੀੜਾ ਦੀ ਗੱਲ ਸਮਝਦੇ ਹੁੰਦੇ ਹਨ। ਕਾਰਨ ਇਹ ਲੱਗਦਾ ਹੈ ਕਿ ਬੱਚੇ ਨੇ ਖੇਡਦਿਆਂ ਖੈਰ ਤਾਂ ਕਰਨੀ ਨਹੀਂ, ਕਿਧਰੇ ਪਿਸ਼ਾਬ ਜਾਂ ਗੰਦੀ ਕਰ ਦਿੱਤੀ ਜਾਵੇ, ਇਸ ਲਈ ਫੋੜੇ ਫਿੰਸਿਆਂ ਦਾ ਡਰਾਵਾ ਦੇ ਕੇ ਪਰੇ ਹਟਾਇਆ ਜਾਂਦਾ ਹੈ। ਆਪਣੇ ਘਰ ਵਾਲੇ ਦਾ ਕਈ ਜਨਾਨੀਆਂ ਸਿੱਧਾ ਨਾਮ ਨਹੀਂ ਲੈਂਦੀਆਂ। ਪਹਿਲਾਂ ਸ਼ਾਇਦ ਸ਼ਰਮ ਆਉਂਦੀ ਹੋਵੇਗੀ,
ਕਈਆਂ ਨੂੰ ਇਹ ਭਰਮ ਲੱਗਿਆ ਰਹਿੰਦਾ ਹੈ ਕਿ ਘਰ ਵਾਲੇ ਦਾ ਨਾਂ ਲੈਣ ਨਾਲ ਉਸਦੀ ਉਮਰ ਘੱਟ ਜਾਂਦੀ ਹੈ, ਪਰ ਅੱਜ ਕੱਲ੍ਹ ਜੇ ਵਹਿਮ ਭਰਮ ਦੀ ਕਾਟ ਕਰਦਾ ਹੋਵੇ ਤਾਂ ਸਾਰੀਆਂ ਹੀ ਸਿਰੋਂ ਨੰਗੀਆਂ ਹੋ ਜਾਣ। ਹੁਣ ਤਾਂ ਸਭ ਆਪਣੇ ਜੀਵਨ ਸਾਥੀ ਨੂੰ ਵੀ ਨਾਂ ਲੈ ਕੇ ਬੁਲਾਉਂਦੀਆਂ ਹਨ। ਆਪਣੇ ਆਪ ਨੂੰ ਸੱਚੇ ਸਾਬਤ ਕਰਨ ਲਈ ਗਊ ਦੀ ਸਹੁੰ, ਢਾਡੀ ਵਾਲੀ ਆਣ, ਮਾਂ ਬਾਪ, ਗੁਰੂਆਂ ਤੇ ਪੁੱਤਾਂ ਦੀਆਂ ਸਹੁੰਆਂ ਖਾਧੀਆਂ ਜਾਂਦੀਆਂ ਹਨ। ਜੇ ਸਹੁੰ ਝੂਠੀ ਹੋਵੇ ਤਾਂ ਤੈਨੂੰ ਰਿਜ਼ਕ ਦੀ ਮਾਰ ਪਵੇ ਕਹਿ ਕੇ ਉਸ ਦੀ ਗੱਲ ਨੂੰ ਸੱਚੀ ਮੰਨ ਲਿਆ ਜਾਂਦਾ ਹੈ। ਅੱਗੇ ਝੂਠੀਆਂ ਸਹੁੰਆਂ ਖਾਣ ਵਾਲਿਆਂ ਦਾ ਗਊ ਮਾਤਾ ਜਾਂ ਗੁਰੂ ਪੀਰ ਆਪੇ ਹੀ ਬੇੜਾ ਗਰਕ ਕਰਦੇ ਹਨ। ਦਾਣਿਆਂ ਤੇ ਬੋਲ ਦੀ ਤਿਆਰੀ ਵੇਲੇ ਖਾਸ ਤੌਰ 'ਤੇ ਰਾਖੀ ਕੀਤੀ ਜਾਂਦੀ ਹੈ। ਸਾਲ ਭਰ ਦੀ ਕਮਾਈ ਪ੍ਰਵਾਨ ਚੜ੍ਹਨ ਵੇਲੇ ਪੁੱਤਾਂ 'ਚ ਚੁੜੇਲਾਂ ਭੈ ਤਾਂ ਸੱਤਿਆ ਕੱਢ ਕੇ ਲੈ ਗਏ। ਫਿਰ ਕਾਹਦੀ ਰਾਖੀ ਕੀਤੀ? ਬੋਹਲ ਦੀ ਤਿਆਰੀ ਵੇਲੇ ਵਾਹ ਵਰੋਲੇ ਤੋਂ ਖਾਸ ਤੌਰ 'ਤੇ ਡਰਦੇ ਹਨ। ਕਹਿੰਦੇ ਹਨ ਵਰੋਲਿਆਂ ਵਿੱਚ ਵੀ ਭੂਤ ਭੜਕ ਰਿਹਾ ਹੁੰਦਾ ਹੈ। ਜਿੱਥੇ ਕਿਤੇ ਬੋਹਲ ਉੱਤੋਂ ਦੀ ਲੰਘਦਾ ਹੈ, ਦਾਣਿਆਂ ਦੀ ਭੈ ਤਾਂ ਭਾਵ ਸੱਤਾ ਕੱਢ ਕੇ ਲੈ ਜਾਂਦਾ ਹੈ। ਇਸ ਦੀ ਰੋਕਥਾਮ ਲਈ ਅਖੰਡ ਪਾਠਾਂ ਦੇ ਕੁੰਭ ਜਾਂ ਗੰਗਾ ਜਲ ਦਾ ਪਾਣੀ ਲੈ ਕੇ, ਪਾਣੀ ਥੋੜ੍ਹਾ ਹੋਵੇ ਤਾਂ ਚੂੜੀ ਕੁ ਦਾਣੇ ਵਿੱਚ ਮਿਲਾ ਕੇ ਛਿੱਟੇ ਦਿੱਤੇ ਜਾਂਦੇ ਹਨ। ਗੱਲ ਅਸਲ ਵਿੱਚ ਇਉਂ ਲੱਗਦੀ ਹੈ, ਵਰੋਲੇ ਨਾਲ ਦਾਣੇ ਫੱਕੇ ਉੱਡਣ ਦਾ ਡਰ ਹੁੰਦਾ ਹੈ, ਇਸ ਲਈ ਉਪਾਅ ਕਰਨੇ ਜ਼ਰੂਰੀ ਹੁੰਦੇ ਹਨ। ਬੋਹਲ ਤੋਲਣ ਸਮੇਂ ਪੂਰੀਆਂ ਇਹਤਿਆਤਾਂ ਰੱਖੀਆਂ ਜਾਂਦੀਆਂ ਹਨ ਬਈ ਭੈੜੀ ਨਜ਼ਰ ਅਸਰ ਨਾ ਕਰ ਜਾਵੇ। ਇਸ ਉਪਾਅ ਦੇ ਕਰਨ ਨਾਲ ਵਿਸ਼ਵਾਸ ਹੈ ਨਜ਼ਰ ਅਸਰ ਨਹੀਂ ਕਰਦੀ। ਬੋਹਲ ਵਿੱਚੋਂ ਦਾਣੇ ਚੁੱਕਣ ਸਮੇਂ ਕੁਝ ਹਾਲੀ ਦਾ, ਕੁਝ ਪਾਲੀ ਦਾ, ਕੁਝ ਚਿੜੀ ਜਨੌਰ ਦੀ ਪਿਆਲੀ ਦਾ। ਕਹਿੰਦਿਆਂ ਇੱਕ ਛਜਲੀ ਦਾਣਿਆਂ ਦੀ ਭਰ ਕੇ ਦਾਣਿਆਂ ਦੇ ਬੋਹਲ ਦੇ ਇੱਕ ਪਾਸੇ ਰੱਖ ਲਈ ਜਾਂਦੀ ਹੈ। ਇਹ ਦਾਣੇ ਬੋਹਲ ਦਾ ਭਲਾ ਮੰਗਣ ਆਏ ਲਾਗੀਆਂ ਜੋਗੀਆਂ ਨੂੰ ਵੰਡ ਦਿੱਤੇ ਜਾਂਦੇ ਹਨ, ਜਾਂ ਉਹਨਾਂ ਦਾ ਗੁੜ ਗੰਢੂ ਨਾਲ ਹੀ ਰਿਓੜੀਆਂ ਲੈ ਕੇ ਬਲਦਾਂ ਤੇ ਕੁਝ ਕਾਮਿਆਂ ਵਿੱਚ ਵੰਡ ਦਿੱਤੀਆਂ ਜਾਂਦੀਆਂ ਹਨ। ਬੋਹਲ ਦੀ ਤੁਲਾਈ ਵੇਲੇ ਕਿਸੇ ਨੂੰ ਨੰਗੇ ਸਿਰ ਕੋਲ ਨਹੀਂ ਆਉਣ ਦਿੰਦੇ ਤੇ ਨਾ ਹੀ ਕੋਈ ਅੱਖਾਂ ਪਾੜ ਕੇ ਇਸ ਪਾਸੇ ਝਾਕੇ। ਇਉਂ ਕਰਨਾ ਮਾੜਾ ਹੁੰਦਾ ਹੈ। ਜੇ ਮਿੱਥੇ ਹੋਏ ਅੰਦਾਜ਼ੇ ਨਾਲੋਂ ਜਿਹੜਾ ਬੋਲ ਵੇਖ ਕੇ ਲਾਇਆ ਹੁੰਦਾ ਹੈ ਦਾਣੇ ਘੱਟ ਉਤਰਨ ਤਾਂ ਸਮਝਿਆ ਜਾਂਦਾ ਹੈ ਜਾਂ ਕੋਈ ਭੈੜੀ ਨਜ਼ਰ ਲੱਗ ਗਈ ਹੈ, ਭੂਤ ਪ੍ਰੇਤ ਵਿੱਚੋਂ ਭੈ ਤਾਂ ਕੱਢ ਕੇ ਲੈ ਗਈ ਹੈ। ਕਿਰਸਾਨ ਦੇ ਲਗਾਏ ਅੰਦਾਜ਼ੇ ਤੋਂ ਦਾਣੇ ਕਿਵੇਂ ਘੱਟ ਹੋ ਸਕਦੇ ਹਨ? ਫਸਲ ਬੀਜਣ ਸਮੇਂ ਜਦੋਂ ਕਿਰਸਾਨ ਹਲ ਨਾਲ ਪੈਰ ਬੰਨ੍ਹ ਕੇ ਪਹਿਲੀ ਮੁੱਠੀ ਦਾਣਿਆਂ ਦੀ ਕੇਰਨੀ ਆਰੰਭ ਕਰਦਾ ਹੈ, ਉਸ ਵੇਲੇ ਧਰਤੀ ਤੋਂ ਇੱਕ ਲੰਬੀ ਲੋਕ ਪ੍ਰਾਰਥਨਾ ਨਾਲ ਅੰਨ ਧਨ ਮੰਗਦਾ ਹੋਇਆ ਸੋਹਣੀਆਂ ਤੇ ਸੰਭਾਵਨਾ ਭਰੇ ਮੰਗਲਮਾਈ ਲੋਕ ਵਾਕ ਕਹਿੰਦਿਆਂ ਹੋਇਆਂ ਬੀਜਦਾ ਹੈ। ਚਿੜੀ ਜਨੌਰ ਦੇ ਭਾਗੀ, ਹਾਲੀ ਪਾਲੀ ਦੇ ਭਾਗੀ, ਰਾਹੀ ਪਾਂਦੀ ਦੇ ਭਾਗੀ, ਖਾਧੇ ਪੀਤੇ ਦੇ ਭਾਗੀ। ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਗਿਣਤੀ ਕਰਕੇ ਜਿਹੜੀ ਪਹਿਲੇ ਪੂਰੇ ਹੋਣ ਤੀਕ ਜਾਰੀ ਰਹਿੰਦੀਆਂ ਹਨ। ਫਸਲ ਬੀਜਣੀ ਆਰੰਭ ਕਰਦਾ ਹੈ ਤਾਂ ਕਿ ਜੇ ਧਰਤੀ ਮਾਤਾ ਉਸ ਦੇ ਤੇ ਉਹਨਾਂ ਦੇ ਟੱਬਰ ਦੇ ਮੰਦੇ ਭਾਗਾਂ ਨੂੰ ਅਨਾਜ ਜੰਮਣ ਦੀ ਬੇਸਲਾਹ ਕਰੀ ਬੈਠੀ ਹੋਵੇ ਤਾਂ ਇਹਨਾਂ ਗਰੀਬ ਗਰੂਬਿਆਂ ਵਿੱਚੋਂ ਕਿਸੇ ਕਰਮਾਂ ਉੱਤੇ ਤਾਂ ਪਸੀਜੇਗੀ ਤੇ ਰੀਝੇਗੀ ਹੀ। ਫਸਲ ਬੀਜਣ ਵੇਲੇ ਦਾ ਇਹ ਬਚਨ ਫਸਲ ਕੱਟਣ ਵੇਲੇ ਅੰਤਲੇ ਦਿਨਾਂ ਇੱਕ ਕਿਆਰਾ ਜਾਂ ਫਾਂਟ ਦਾ ਅੱਧਾ ਕੁ ਹਿੱਸਾ ਛੱਡ ਕੇ ਪੂਰਾ ਕੀਤਾ ਜਾਂਦਾ ਹੈ। ਇਸ ਨੂੰ ਛਡੰਬਾ ਜਾਂ ਪੈਲੀ ਦਾ ਬੋਦਾ ਛੱਡਣਾ ਆਖਦੇ ਹਨ, ਜੋ ਸਿਲੇਹਾਰਾਂ ਤੇ ਪਸ਼ੂ ਪੰਛੀਆਂ ਲਈ ਬ੍ਰਾਹਮਣ ਦੇ ਸਿਰ ਦੀ ਬੋਦੀ ਵਾਂਗ ਛੱਡਿਆ ਜਾਂਦਾ ਹੈ। ਆਖਦੇ ਹਨ ਕਿ ਇਉਂ ਕਰਨਾ ਚੰਗਾ ਹੁੰਦਾ ਹੈ ਤਾਂ ਜੋ ਕੋਈ ਦਾਣਾ ਗਰੀਬ ਗਰੂਬੇ ਤੇ ਪਸ਼ੂ ਪੰਛੀ ਦੇ ਮੂੰਹ ਪੈ ਜਾਵੇ। ਖਬਰੇ ਕਿਸ ਦੇ ਭਾਗੀ ਇਹ ਪੱਕੀ ਫਸਲ ਨੂੰ ਸਾਨੂੰ ਦੇਖਣੀ ਨਸੀਬ ਹੋਈ ਹੈ। ਇਹਨਾਂ ਸਿਆਣਪਾਂ ਤੇ ਵਿਚਾਰਾਂ ਵਾਲਾ ਨਗਰ ਖੇੜਾ ਕਿਉਂ ਨਾ ਘੁੱਗ ਵਸੇ। ਧੰਨਵਾਦ।